जी वाहिगुरु वाहिगुरु सतनाम वाहिगुरु जी वाहिगुरु 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 वाहिगुरु। सूरा सो पहचानिए जो लरै दीन के हेत। पुरजा पुरजा कट मरै कब होना छाड़ै खेत। गगन दमामा बाजियो वाहिगुरु वाहिगुरु वाहिगुरु। परियो निशानै काओ खेत जो मांडियो सूरमा। अब जूजन को दाओ खेत जो मांडियो सूरमा। अब जूजन को दाओ। जो लरै दीन के हेत सूरा सोई सूरा सोई। जो लरै दीन के हेत सूरा सोई सूरा सोई। जो लरै दीन के हेत सूरा सोई सूरा सोई। 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 जो लरै दीन के हेत सूरा सोई सूरा सोई। जो लरै दीन के सूरा सोई। जो लरै दीन के हेत सूरा सोई सूरा सोई। लरै दीन के हेत सूरा सोई सूरा सोई। जो लरै दीन के हेत सूरा सोई सूरा सोई। लरै दीन के हेत सूरा सोई सूरा सोई। सूरा सोई सूरा सोई सूरा सोई सूरा सोई। सूरा सोई सूरा सोई सूरा सोई सूरा सोई। सूरा सोई सूरा सोई सूरा सोई सूरा सोई। लरै दीन के हेत सूरा सोई सूरा सोई। लरै दीन के हेत सूरा सोई सूरा सोई। जो लरै दीन के हेत सूरा सोई सूरा सोई। लरै दीन के हेत सूरा सोई सूरा सोई। जो लरै दीन के हेत सूरा सोई सूरा सोई। लरै दीन के हेत सूरा सोई सूरा सोई। कबीर मरदा मरदा जग हुआ। मर भी न जाने कोई ऐसी मरनी जो मरै। बहुर न मरना होए
ਵਾਹਿਗੁਰੂ 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 ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਜੋ ਲਰਦੀਨ ਕੇ ਹੇਤ ਲਰਦੀਨ ਕੇ ਹੇਤ लरादीन के हेत लरादीन के हेत ਪੁਰਜਾ ਪੁਰਜਾ ਕਟ ਮਰੈ कट मरै ਪੁਰਜਾ ਪੁਰਜਾ ਕਟ ਮਰੈ पुरजा पुरजा कट मरै ਪੁਰਜਾ ਪੁਰਜਾ ਕਟ ਮਰੈ पुरजा पुरजा
ਜਾ ਕਟ ਮਰੈ ਕਬਹੂ ਨਾ ਛਾੜੈ ਖੇਤ 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 ਪੁਰਜਾ ਪੁਰਜਾ ਕਟ ਮਰੈ ਪੁਰਜਾ ਪੁਰਜਾ ਕਟ ਮਰੈ ਪੁਰਜਾ ਪੁਰਜਾ ਕਟ ਮਰੈ ਪੁਰਜਾ ਪੁਰਜਾ ਕਟ ਮਰੈ ਸੂਰਾ ਸੋ ਪਹਿਚਾਨੀਐ 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 ਜੋ ਲਰੈ ਦੀਨ ਕੇ ਹੇਤ ਲਰੈ ਦੀਨ ਕੇ ਹੇਤ ਲਰੈ ਦੀਨ ਕੇ ਹੇਤ ਲਰੈ ਦੀਨ ਕੇ ਹੇਤ ਸਿਰ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਲਈ ਸਿਰ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਲਈ ਸਿਰ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਸਿਰ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਲਵੀ ਦੇ ਕੇ ਮਿਲਦੇ ਪਿਆਰਾ ਸਸਤਾ ਜਾਨ ਲਵੀ 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 ਸਿਰ ਦੇ ਮੇਰੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਮੇਰੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਕੇ ਮਿਲ ਜੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਕੇ ਮਿਲ ਜੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਕੇ ਮਿਲ ਜੇ ਪਿਆਰਾ ਸਸਤਾ ਜਾਨ ਲਵੀ ਸਿਰ ਦੇ ਕੇ ਮਿਲ ਜੇ ਪਿਆਰਾ ਸਸਤਾ ਜਾਨ ਲਵੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਪਰ ਸਤਿਕਾਰਯੋਗ ਗੁਰੂ ਪਿਆਰ ਵਾਲੇ ਸਤ ਸੰਗਤ ਜੀਓ ਜੋ ਵੀ ਆਪ ਜੀ ਰਲ ਮਿਲ ਕੇ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਵੱਡੇ ਛੋਟੇ ਸਾਹਿਬਜ਼ਾਦਿਆਂ ਦਾ ਜੋ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤੇ ਹੁਣ ਆਪਾਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਉਹਨਾਂ ਨੂੰ ਯਾਦ ਕਰਦੇ ਹਾਂ। ਸੋ ਆਓ ਇਕਾਗਰਤਾ ਇਸੇ ਤਰ੍ਹਾਂ ਬਣਾ ਕੇ ਰੱਖਿਓ, ਉਤਸ਼ਾਹ ਦੇ ਨਾਲ ਇਹ ਪਤਾ ਲੱਗ ਰਿਹਾ ਵੀ ਸਾਰੇ ਆਪ ਉਤਸ਼ਾਹ ਦੇ ਨਾਲ ਸੁਣ ਵੀ ਰਹੇ ਨੇ। ਸੋ ਇੱਕ ਵਾਰ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆ ਦਿਨ ਚੱਲਦੇ ਹੁੰਦੇ ਆ ਨਾ,
ਉਦੋਂ ਹਰ ਕਿਸੇ ਦੇ ਮਨ ਦੇ ਵਿੱਚ ਇਹ ਰਹਿੰਦਾ ਵੀ ਸਾਡਾ ਜਿਵੇਂ ਨਾ ਕੁਝ ਗਵਾਚ ਗਿਆ, ਜਿਵੇਂ ਸਾਡੇ ਦੇ ਕੋਲੋਂ ਕੋਈ ਬਹੁਤੀ ਦੂਰ ਕੋਈ ਚੀਜ਼ ਚਲੀ ਗਈ। ਸਾਡੇ ਕੋਲੇ ਸਾਡੇ ਮਾਤਾ ਪਿਤਾ ਹੁੰਦੇ, ਸਾਡੇ ਭੈਣ ਭਰਾ ਹੁੰਦੇ, ਸਾਡੇ ਬੱਚੇ ਹੁੰਦੇ ਆ, ਸਭ ਕੁਝ ਹੁੰਦਾ ਹੈ ਨਾ, ਪਰ ਫਿਰ ਵੀ ਇਹ ਲੱਗਦਾ ਵੀ ਸਾਡਾ ਜਿਵੇਂ ਕੁਝ ਗਵਾਚ ਗਿਆ ਹੁੰਦਾ, ਕਿਉਂਕਿ ਸਾਡਾ ਗੁਰੂ ਕੇ ਲਾਲਾਂ ਦੇ ਨਾਲ, ਗੁਰੂ ਕੇ ਪਰਿਵਾਰ ਦੇ ਨਾਲ ਇੱਕ ਪਿਆਰ ਬਣਿਆ ਹੋਇਆ। ਤੇ ਮੈਂ ਇਹ ਵੀ ਬੇਨਤੀ ਕਰਦੇ ਮਾਂ ਪਿਆਰਿਓ, ਆਪਾਂ ਗੁਰੂ ਦੇ ਪਰਿਵਾਰ ਦੇ ਨਾਲ ਜਦੋਂ ਜੁੜਦੇ ਆ ਨਾ, ਅਸੀਂ ਇਹੀ ਨਾ ਸੋਚ ਕੇ ਮਨ ਵਿੱਚ ਕੱਲਾ ਵਿਰਾਗ ਰੱਖੀ ਇੱਕ ਹਫ਼ਤਾ ਯਾਦ ਅਸੀਂ ਕਦੋਂ ਕਰਦੇ ਆ ਵੀ ਇੱਕ ਹਫ਼ਤਾ ਹੋ ਗਿਆ, ਇੱਕ ਹਫ਼ਤੇ ਦਾ ਸਮਾਂ ਹੋ ਗਿਆ, ਜੋ ਸਾਡਾ ਸਿੱਖਾਂ ਦੇ ਨਾਲ, ਗੁਰੂ ਪਿਆਰਿਆਂ ਦੇ ਨਾਲ, ਸਾਹਿਬਜ਼ਾਦਿਆਂ ਦੇ ਨਾਲ ਜੋ ਸਾਡਾ ਪਿਆਰ ਹੈ, ਤੇ ਉਸ ਵੇਲੇ ਅਸੀਂ ਬਹੁਤਾ ਯਾਦ ਕਰਦੇ ਹਾਂ। ਸਾਰਾ ਜਿਹੜਾ ਸਾਲ ਹੁੰਦਾ ਸਾਡਾ, ਸਾਨੂੰ ਚਾਹੀਦਾ ਅਸੀਂ ਗੁਰੂ ਕੇ ਲਾਲਾਂ ਦੀ ਕੁਰਬਾਨੀ ਨੂੰ ਉਦੋਂ ਵੀ ਯਾਦ ਰੱਖੀਏ। ਸਮਝਦੇ ਹੋ ਆਪ ਜੀ ਸਾਰੇ? ਸਾਡਾ ਤੇ ਹਮੇਸ਼ਾ ਹੀ ਗੁਰੂ ਦੇ ਪਿਆਰਿਆਂ ਨਾਲ, ਗੁਰੂ ਦੇ ਲਾਲਾਂ ਨਾਲ, ਮਾਤਾ ਗੁਜਰ ਕੌਰ ਨਾਲ, ਗੁਰੂ ਗੋਬਿੰਦ ਸਿੰਘ ਦੇ ਨਾਲ ਸਾਡਾ ਤੇ ਸਾਰੀ ਉਮਰ ਪਿਆਰ ਹੈ ਨਾ, ਪਰ ਫਿਰ ਵੀ ਅਸੀਂ ਇੱਕ ਵਿਸ਼ੇਸ਼ ਤੌਰ ਤੇ ਇੱਕ ਹਫ਼ਤਾ ਮਨਾ ਲੈਂਦੇ ਹਾਂ। ਚਾਹੀਦਾ ਸਾਨੂੰ ਇਹ ਹੈ, ਅਸੀਂ ਸਾਰਾ ਸਾਲ ਹੀ ਜਿਸ ਤਰ੍ਹਾਂ ਸਾਡੇ ਮਨ ਵਿੱਚ ਹੁਣ ਉਦਾਸੀ ਹੈ ਨਾ, ਉਦਾਸੀ ਵਿੱਚ ਵੀ ਨਾ ਰਹੀਏ। ਉਹਨਾਂ ਨੇ ਕੋਈ ਕਿਹੜਾ ਕੋਈ ਮਾੜਾ ਕੰਮ ਕਰਿਆ ਸੀ, ਅਸੀਂ ਚੜ੍ਹਦੀ ਕਲਾ ਵਿੱਚ ਰਹੀਏ। ਠੀਕ ਹੈ, ਉਹਨਾਂ ਦੀ ਕੁਰਬਾਨੀ ਨੂੰ ਉਹ ਛੋਟੇ ਛੋਟੇ ਬੱਚਿਆਂ ਤੇ ਹੋਣ ਕਰਕੇ ਕਹਿ ਸਾਡੇ ਮਨ ਵਿੱਚ ਇੱਕ ਵਿਰਾਗ ਆ ਜਾਂਦਾ ਹੈ, ਪਰ ਅਸੀਂ ਰੋਈਏ ਕਿਉਂ? ਕਿਉਂਕਿ ਸਾਡੇ ਉਹ ਗੁਰੂ ਦੇ ਲਾਲਾਂ ਨੇ ਮਹਾਨ ਕੁਰਬਾਨੀ ਕਰੀ ਤੇ ਚੜ੍ਹਦੀ ਕਲਾ ਵਾਲਾ ਕੰਮ ਕਰਿਆ। ਰੋਇਆ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਜਾਂਦਾ। ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੱਬ ਦੇ ਪਿਆਰੇ ਉਹ ਗੁਰੂ ਕੇ ਲਾਲਾਂ ਨੂੰ ਕਾਹਦੇ ਵਾਸਤੇ ਰੋਈਏ? ਰੋਈਦਾ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ, ਉਹਨਾਂ ਨੇ ਕੁਰਬਾਨੀ ਕਰੀ। ਹੋ ਸਕਦਾ, ਦੇਖੋ ਪਿਆਰਿਓ, ਇਹ ਵੀ ਕਹਿ ਦੇਵਾਂ ਵੀ ਜਿੰਨੀਆਂ ਵੀ ਮੈਂ ਗੱਲਾਂ ਕਰਾਂਗਾ, ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਮੇਰੀਆਂ ਗੱਲਾਂ ਨਾਲ ਹੀ ਸਹਿਮਤ ਹੋਵੋਗੇ, ਕਿਉਂਕਿ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹੁੰਦੇ ਐ, ਹਰ ਕਿਸੇ ਦੀ ਆਪਣੀ ਆਪਣੀ ਸੋਚਣ ਸ਼ਕਤੀ ਹੁੰਦੀ ਹੈ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਸਾਡਾ ਇੱਕ ਮਨ ਵਿਰਾਗ ਵਿੱਚ ਆ ਜਾਂਦਾ ਹੈ, ਸਾਡਾ ਜਿਹੜਾ ਨਾ ਗਾਲਾ ਕਈ ਵਾਰ ਭਰ ਜਾਂਦਾ ਹੈ, ਉਹਨਾਂ ਦੀ ਕੁਰਬਾਨੀ ਨੂੰ ਚੇਤੇ ਕਰਦੇ ਹਾਂ, ਪਰ ਫਿਰ ਵੀ ਅਸੀਂ ਇੱਕ ਚੜ੍ਹਦੀ ਕਲਾ ਵਿੱਚ ਰਹਿਣਾ ਹੁੰਦਾ ਹੈ। ਤਾਂ ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜਦੋਂ ਸਾਡੇ ਤੇ ਕਦੇ ਦੁੱਖ ਆਉਂਦਾ ਹੈ ਨਾ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵੱਲ ਝਾਤੀ ਮਾਰ ਲਿਆ ਕਰੀਏ। ਉਹਨਾਂ ਨੇ ਸਾਡੇ ਵਾਸਤੇ ਦੁੱਖ ਝੱਲੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਕਸ਼ਟ ਆਏ, ਪਰ ਫਿਰ ਵੀ ਕਲਗੀਆਂ ਵਾਲੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰਹੇ। ਮਾਛੀਵਾੜ ਦੇ ਜੰਗਲ ਵਿੱਚ ਵੀ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਕੁਝ ਵੀ ਕੋਲ ਨਹੀਂ ਹੈ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਰਿਵਾਰ ਹੈ, ਜਿਸ ਪਰਿਵਾਰ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਮਾਖੋਵਾਲ ਦੀ ਧਰਤੀ ਨੂੰ ਖਰੀਦਿਆ ਤੇ ਉਹਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ, ਫਿਰ ਉਹਦਾ ਨਾਮ ਆਨੰਦਪੁਰ ਪਿਆ। ਗੁਰੂ ਨੇ ਆਪਣਾ ਪਰਿਵਾਰ ਬੁਲਾਇਆ, ਸਾਰਾ ਪਰਿਵਾਰ ਰਹਿੰਦਾ ਹੈ। ਤੇ ਜਿੱਥੇ ਕਿਸੇ ਦਾ ਕੋਈ ਪਰਿਵਾਰ ਰਹਿੰਦਾ ਹੁੰਦਾ ਹੈ ਨਾ, ਜਿਹੜਾ ਅਸੀਂ ਕੋਈ ਘਰ ਲੈਨੇ ਆ, ਉੱਥੇ ਸਾਡਾ ਦਾਦਾ ਵੀ ਚਲਾਣਾ ਕਰਦਾ ਉਸੇ ਘਰ ਵਿੱਚ, ਸਾਡੀ ਦਾਦੀ ਵੀ, ਸਾਡੇ ਮਾਤਾ ਪਿਤਾ, ਸਾਡੇ ਭੈਣ ਭਰਾ, ਬੱਚੇ ਉਸੇ ਘਰ ਵਿੱਚ ਸਰੀਰ ਤਿਆਗਦੇ ਆ ਨਾ। ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਲਿਆ ਹੋਇਆ ਘਰ ਆਨੰਦਪੁਰ ਸਾਹਿਬ ਦੀ ਮੈਂ ਗੱਲ ਕਰ ਰਹੀ ਹਾਂ। ਐਸਾ ਘਰ ਹੈ ਜਿੱਥੇ ਇੱਕ ਸਰੀਰ ਦਾ ਉੱਥੇ ਸੰਸਕਾਰ ਹੋਇਆ, ਭਾਵ ਕਿ ਅੰਤ ਸਮਾਂ ਹੋਇਆ। ਸਾਰਾ ਪਰਿਵਾਰ, ਕੋਈ ਕਿਤੇ ਸ਼ਹੀਦ ਹੋਇਆ, ਕੋਈ ਕਿਤੇ ਸ਼ਹੀਦ ਹੋ ਗਿਆ। ਪਰਿਵਾਰ ਸੀ ਜਿਹੜਾ,
ਕੱਲੀ ਮਾਤਾ ਜੀਤਾ ਐਸੀ ਹੈ ਜਿਹਦਾ ਆਨੰਦਪੁਰ ਦੇ ਧਰਤੀ ਤੇ ਅੰਤਮ ਸੰਸਕਾਰ ਹੋਇਆ, ਸਾਰੀ ਕਿਰਿਆ ਕਰਮ ਹੋਇਆ। ਇੱਕ ਬੇਨਤੀ ਹੈ, ਮੈਂ ਹੁਣੇ ਬੇਨਤੀ ਕਰ ਦੇਵਾਂ ਵੀ ਬਾਰ-ਬਾਰ ਇਹ ਵੀ ਮੈਂ ਕਹਿ ਦੇਵਾਂ ਵੀ ਮੈਥੋਂ ਬੇਨਤੀ ਨਾ ਬੁਲਾਈ, ਕਿਉਂਕਿ ਆਪਾਂ ਇੱਥੇ ਇਤਿਹਾਸ ਦੇ ਨਾਲ ਜੁੜਨ ਵਾਸਤੇ ਆਏ ਆ। ਜੇ ਜਿਨ੍ਹਾਂ ਦੇ ਸਾਧਨ ਹੈ ਨਾ, ਇੱਕ ਗੱਡੀ ਹੈ 7136 ਹੌਂਡਾ ਸਿਟੀ ਗੱਡੀ ਹੈ ਤੇ ਉਹ ਰਸਤੇ ਵਿੱਚ ਉਹਨੂੰ ਸਾਈਡ ਤੇ ਲਾ ਦਿਓ। ਜਿਹੜੀ ਸੰਗਤ ਆਏਗੀ ਇੱਕ ਭਾਈ ਵੀਰ ਖੜ ਜੂ, ਸਾਰਿਆਂ ਦੀਆਂ ਗੱਡੀਆਂ ਪਹਿਲੇ ਸਾਈਡ ਤੇ ਲਵਾਈ ਜਾਇਓ ਤੇ ਬਾਅਦ ਵਿੱਚ ਕਿਤੇ 15-20 ਮਿੰਟ ਅੱਧੇ ਘੰਟੇ ਬਾਅਦ ਫੇਰ ਨਾ ਕੋਈ ਗੱਡੀ ਦੀ ਬੇਨਤੀ ਲੈ ਕੇ ਆਏ। ਭਾਵ ਕਿ ਜਿਹੜੀ ਫਿਰ ਇਕਾਗਰਤਾ ਹੁੰਦੀ ਹੈ ਨਾ, ਜਿਹੜਾ ਇੱਕ ਰਸ ਬਣਿਆ ਹੁੰਦਾ ਉਹ ਸਾਰੇ ਖਿੰਡਰ ਜਾਂਦਾ। ਇਸ ਕਰਕੇ ਬੇਨਤੀ ਜ਼ਰੂਰ ਆਪ ਜੀ ਇਧਰੀ ਡੰਗ ਲਾ ਲਿਆ ਕਰਿਓ ਤੇ ਪਹਿਲਾਂ ਹੀ ਆਪ ਦੇ ਸਾਧਨ ਉਹ ਜਿਹੇ ਹਿਸਾਬ ਨਾਲ ਕਢਾਏ। ਸੋ ਜਿਹੜਾ ਮਾਤਾ ਜੀਤਾ ਦਾ ਸੰਸਕਾਰ ਉੱਥੇ ਆਨੰਦਪੁਰ ਵਿੱਚ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਦਿੱਲੀ ਹੋਈ। ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦਾ ਅੰਤ ਸਮਾਂ ਸਰਹੰਦ ਹੋਇਆ, ਵੱਡੇ ਸਾਹਿਬਜ਼ਾਦਿਆਂ ਦਾ ਅੰਤ ਸਮਾਂ ਭਾਵ ਕੇ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜੂਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਆਪਣਾ ਸਿੰਘ ਤਿਆਗਿਆ। ਕੋਈ ਘਰ ਲਵੇ ਤੇ ਉੱਥੇ ਕਿਸੇ ਦਾ ਸੰਸਕਾਰ ਹੀ ਨਾ ਹੋਵੇ, ਅੰਤ ਸਮਾਂ ਨਾ ਹੋਵੇ, ਆਪਾਂ ਮਨ ਵਿੱਚ ਕੀ ਸੋਚਦੇ ਆਂ ਵੀ ਘਰ ਹੀ ਬੇਪਾਕਾ ਹੈ। ਕਹਿ ਸਕਦੇ ਆ ਨਾ ਵੀ ਸਾਡਾ ਸਾਰਾ ਪਰਿਵਾਰ ਇੱਥੇ ਤੇ ਕੋਈ ਰਹਿ ਹੀ ਨਹੀਂ ਸਕਿਆ। ਉਹ ਜਿਹੜੇ ਘਰਾਂ ਨੂੰ ਅਸੀਂ ਬੇਭਾਗਾ ਕਹਿ ਸਕਦੇ ਹਾਂ, ਇੱਕ ਕਲਗੀਆਂ ਵਾਲੇ ਦਾ ਘਰ ਹੈ ਜਿੱਥੇ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਵਰਸ ਰਿਹਾ ਹੈ। ਅੱਜ ਵੀ ਖੁਸ਼ੀਆਂ ਉਸੇ ਤਰ੍ਹਾਂ ਚੱਲ ਰਹੀਆਂ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਲ ਅਸੀਂ ਝਾਤੀ ਮਾਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕਰੀਆਂ। ਜੇ ਕਦੇ ਸਾਡੇ ਤੇ ਦੁੱਖ ਆਉਂਦਾ ਹੈ ਨਾ ਪਿਆਰਿਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੱਗੇ ਇਹ ਅਰਦਾਸ ਕਰੀਏ, ਐ ਕਲਗੀਆਂ ਵਾਲਿਆ, ਜਿਸ ਤਰ੍ਹਾਂ ਤੂੰ ਦੁੱਖ ਝੱਲੇ ਐ, ਜਿੰਨੇ ਦੁੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਏ ਇੰਨੇ ਤੇ ਕਿਸੇ ਤੇ ਆਈ ਨਹੀਂ। ਜਿਵੇਂ ਤੁਸੀਂ ਦੁੱਖ ਝੱਲੇ ਐ ਨਾ, ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਬੋਲੋ ਸਾਨੂੰ ਵੀ, ਬੋਲੋ ਭਾਈ ਸਾਰੇ, ਹੱਸ ਹੱਸ ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਕਦੇ ਸਾਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਸਾਨੂੰ ਵੀ ਸਿਖਾ ਦੇ ਹੱਸ ਹੱਸ ਚੱਲਣੇ। ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ। ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਤੁਸੀਂ ਦੁੱਖ ਝੱਲੇ ਨਾ, ਸਾਨੂੰ ਵੀ ਉਹ ਦੁੱਖ ਝੱਲਣੇ ਸਿਖਾ ਦਿਓ। ਸਾਨੂੰ ਵੀ ਉਹ ਸੋਹਣਾ ਰਾਹ ਦਿਖਾ ਦਿਓ, ਕਿਵੇਂ ਔਖੇ ਸਮੇਂ ਕੰਡਿਆਂ ਤੇ ਤੁਰਿਆ ਜਾਂਦਾ ਹੈ। ਸਾਡੇ ਕੋਲੇ ਘਰ-ਬਾਰ ਵੀ ਹੈ, ਸਾਡੇ ਕੋਲੇ ਬੱਚੇ ਵੀ ਹੈ, ਅਸੀਂ ਫੇਰ ਵੀ ਦੁਖੀ ਹੈ। ਕਲਗੀਆਂ ਵਾਲੇ ਕੋਲੇ ਆਨੰਦਪੁਰ ਵੀ ਨਹੀਂ ਹੈ, ਮਤਾਵਾਂ ਵੀ ਨਹੀਂ ਹੈ,
ਪਿਤਾ ਵੀ ਨਹੀਂ ਹੈ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ, ਵੱਡੇ ਸਾਹਿਬਜ਼ਾਦੇ ਵੀ ਨਹੀਂ ਹੈ, ਫਿਰ ਵੀ ਮਾਛੀਵਾੜੇ ਵਿੱਚ ਕਲਗੀਆਂ ਵਾਲਾ ਆਨੰਦ ਦੀ ਜ਼ਿੰਦਗੀ ਬਤੀਤ ਕਰਦਾ ਹੈ। ਵਾਹਿਗੁਰੂ ਇਹੋ ਜਿਹਾ ਸਮਾਂ ਸੱਚੇ ਪਾਤਸ਼ਾਹ ਮਿਹਰ ਕਰੀ ਕਿਸੇ ਤੇ ਆਉਣੀ ਨਾ ਦਈ। ਤੇ ਮੈਂ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਰਿਵਾਰ ਤੇ ਜੋ ਭਾਣਾ ਵਰਤਿਆ, ਇੱਕ ਤੇ ਇਹ ਬੇਨਤੀ ਵੀ ਇਕਾਗਰਤਾ ਬਣਾ ਕੇ ਰੱਖਿਓ। 10 ਸਵਾ 10 ਜਿੰਨਾ ਕੁ ਸਮਾਂ ਹੋਇਆ ਇਸੇ ਤਰ੍ਹਾਂ ਹੀ ਬੈਠੇ ਰਹੇ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਵੀ ਜੇ 10 ਵਜੇ ਦਾ ਟੀਚਾ ਰੱਖ ਲਿਆ 10 ਦੇ ਵੱਜ ਗਏ ਤੇ ਸਮਾਪਤੀ ਨਹੀਂ ਹੋਈ। ਉਹ ਫਿਰ ਜਿਹੜੀਆਂ ਕੋਈ ਗੱਲਾਂ ਹੁੰਦੀਆਂ ਨਾ, ਫਿਰ ਕਈ ਵਾਰੀ ਉਹ ਭੱਜ ਨੱਠ ਜੀ ਜਲਦੀ ਚ ਕਰਨੀਆਂ ਪੈਂਦੀਆਂ ਵੀ ਇਸੇ ਤਰ੍ਹਾਂ ਆਨੰਦ ਦੇ ਨਾਲ ਆਪਾਂ ਇੱਕ ਰਸ ਹੋ ਕੇ ਇਤਿਹਾਸ ਦੀ ਵਿਚਾਰ ਕਰਦੇ ਜਾਈਏ। ਜਲਦਬਾਜ਼ੀ ਕੋਈ ਵੀ ਨਾ ਕਰਿਓ। ਜੇ ਕਿਸੇ ਨੂੰ ਜਾਣਾ ਪੈ ਗਿਆ ਤੇ ਉੱਠ ਕੇ ਚੁੱਪ ਕਰਕੇ ਚਲੇ ਜਾਇਓ ਵੀ ਫਲਾਣੇ ਤੂੰ ਵੀ ਜਾਣਾ ਕਰੇ, ਤੂੰ ਤਾਂ ਨਹੀਂ ਜਾਣਾ, ਇਹ ਕੰਮ ਨਾ ਕਰਿਓ। ਜਿਹਨੂੰ ਕੋਈ ਔਖਾ ਲੱਗਦਾ ਬੈਠਣਾ ਜਾਂ ਕਈ ਵਾਰੀ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਆਪਾਂ ਸਾਰੇ ਸਮਝਦੇ ਹਾਂ ਗੱਲਾਂ, ਤੇ ਉਹ ਉੱਠ ਕੇ ਭਾਈ ਜਾ ਵੀ ਸਕਦੇ ਹੋ ਤੇ ਬਾਕੀ ਪਿਆਰ ਦੇ ਨਾਲ ਬੈਠੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਰਿਵਾਰ ਦਾ ਬੜੀ ਇਤਫਾਕ ਸੀ ਆਨੰਦਪੁਰ ਸਾਹਿਬ ਦੇ ਵਿੱਚ। ਬੜੇ ਪਿਆਰ ਦੇ ਨਾਲ ਖੁਸ਼ੀਆਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਰਹਿੰਦਾ ਹੈ। ਤੇ ਆਨੰਦਪੁਰ ਸਾਹਿਬ ਜਿੱਥੇ 4 ਸਾਹਿਬਜ਼ਾਦੇ ਹੈ, ਉੱਥੇ ਉਹਨਾਂ ਦੇ ਮਿੱਤਰ ਹਾਣੀ ਵੀ ਆਨੰਦਪੁਰ ਦੇ ਵਾਸੀ ਵੀ ਰਹਿੰਦੇ ਸੀਗੇ। ਸਾਹਿਬਜ਼ਾਦਿਆਂ ਦਾ ਜਿਨ੍ਹਾਂ ਦੇ ਨਾਲ ਬੜਾ ਪਿਆਰ ਬਣਿਆ ਹੋਇਆ ਸੀ। ਤੇ ਜਦੋਂ ਆਨੰਦਪੁਰ ਨੂੰ ਘੇਰਾ ਪਿਆ, ਸਭ ਨੂੰ ਆਪ ਜੀ ਨੂੰ ਇਤਿਹਾਸ ਆਪ ਜੀ ਜਾਣਦੇ ਹੋ, ਤੇ 8 ਮਹੀਨੇ ਘੇਰਾ ਪਿਆ ਰਿਹਾ। ਵਿਸਾਖ ਮਹੀਨੇ ਵਿੱਚ ਇਹ ਘੇਰਾ ਪਿਆ ਸੀ। ਵਿਸਾਖ ਮਹੀਨੇ ਦੇ ਵਿੱਚ 8 ਮਹੀਨੇ ਲਗਾਤਾਰ ਘੇਰਾ ਪਿਆ ਤੇ ਸਾਰੀਆਂ ਰਸਤਾਂ ਵਸਤਾਂ ਬੰਦ ਹੋ ਗਈਆਂ, ਸਭ ਕੁਝ ਬੰਦ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਹਿੰਦੂਆਂ ਦੇ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ। ਹਿੰਦੂ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਉਸ ਜਿਹੜਾ ਸਮਾਂ ਸੀ ਜ਼ੁਲਮ ਜੋ ਹਿੰਦੂਆਂ ਤੇ ਹੋ ਰਿਹਾ ਸੀ। ਤੇ ਇਹ ਵੀ ਕਹਿ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚ ਦੇ ਪੱਖ ਵਿੱਚ ਖੜੇ ਐ। ਉੱਥੇ ਹਿੰਦੂਆਂ ਜਾਂ ਮੁਸਲਮਾਨਾਂ ਦਾ ਮਤਲਬ ਹੀ ਨਹੀਂ ਰਹਿ ਗਿਆ। ਉਸ ਵੇਲੇ ਦਾ ਜਿਹੜਾ ਰਾਜਾ ਔਰੰਗਜ਼ੇਬ ਬਾਦਸ਼ਾਹ, ਉਹ ਮੁਸਲਮਾਨ ਧਰਮ ਦਾ, ਇਸਲਾਮ ਮਤ ਦਾ। ਇਸਲਾਮ ਮਤ ਵੀ ਮਾੜਾ ਨਹੀਂ। ਗਣੀ ਖਾਨ, ਨਵੀ ਖਾਨ ਵਰਗੇ, ਪੀਰ ਬੁੱਧੂ ਸ਼ਾਹ ਵਰਗੇ ਬੜੇ ਪਿਆਰ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਸੇਵਕ ਹੈ। ਜੇ ਔਰੰਗਜ਼ੇਬ ਬਾਦਸ਼ਾਹ ਨੇ ਜ਼ੁਲਮ ਕਰੇ ਹਿੰਦੂਆਂ ਤੇ, ਤਾਂ ਹਿੰਦੂਆਂ ਨੂੰ ਸ਼ਰਨ ਵਿੱਚ ਆਉਣਾ ਪਿਆ ਤੇ ਸਤਿਗੁਰਾਂ ਨੇ ਉਹਨਾਂ ਨੂੰ ਹਾਂ ਕਰ ਦਿੱਤੀ। ਜੇ ਕਿਤੇ ਰਾਜਾ ਹੁੰਦਾ ਹਿੰਦੂਆਂ ਦਾ, ਜਿਸ ਤਰ੍ਹਾਂ ਅੱਜ ਮੋਦੀ ਬਣਿਆ ਬੈਠਾ ਹੈ, ਉਹ ਜ਼ੁਲਮ ਕਰਦਾ ਮੁਸਲਮਾਨਾਂ ਤੇ ਜੇ ਮੁਸਲਮਾਨ ਵੀਰ ਚੱਲ ਕੇ ਆਉਂਦੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਡਾ ਧਰਮ ਖਤਰੇ ਵਿੱਚ ਹੋ ਗਿਆ ਤੇ ਤੁਸੀਂ ਕਿਰਪਾ ਕਰੋ ਸਾਡੀ ਲਾਜ ਰੱਖੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਵੀ ਹਾਂ ਕਰ ਦਿੱਤੀ। ਸਮਝਦੇ ਹੋ ਆਪ ਜੀ ਵਿਚਾਰ? ਭਾਵ ਕਿ ਗੁਰੂ ਦਾ ਕਿਸੇ ਧਰਮ ਦੇ ਜਾਂ ਫਿਰਕੇ ਦੇ ਨਾਲ ਪਿਆਰ ਨਹੀਂ ਹੈ। ਉਹ ਤੇ ਜਿਹੜਾ ਹੋ ਰਿਹਾ ਜ਼ੁਲਮ ਹੈ ਨਾ, ਅਤਿਆਚਾਰ, ਜਿਹੜਾ ਵੀ ਧਰਮ ਕਰਦਾ ਸੀ ਦੂਸਰੇ ਦੇ ਨਾਲ ਸਤਿਗੁਰੂ ਖੜ ਜਾਂਦੇ ਸੀ। ਹੋਰ ਪ੍ਰਮਾਣ ਦੇਵਾਂ, ਆਪਣਾ ਇਹ ਜਿਹੜਾ ਇਲਾਕਾ ਆ ਗਿਆ ਨਾ ਰਾਮਪੁਰਾ ਫੂਲਵਾਲਾ, ਸਾਡੇ ਪਿੰਡ ਉਧਰ ਹੀ ਆ ਗਿਆ ਬਾਲਿਆਂ ਵਾਲੀ, ਭੁੱਲਰਾਂ ਦੀ ਤੇ ਸਿੱਧੂਆਂ ਦੀ ਲੜਾਈ ਹੋਈ। ਭੁੱਲਰਾਂ ਨੇ ਸਿੱਧੂਆਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ। ਬੜੇ ਹੰਕਾਰ ਦੇ ਵਿੱਚ ਰਹਿੰਦੇ, ਸਾਡੇ ਕੋਲ ਜ਼ਮੀਨ ਜਾਇਦਾਦ। ਸਿੱਧੂ ਚੱਲ ਕੇ ਆਏ ਸੀਗੇ ਜੈਸਲਮੇਰ ਵਾਲੀ ਸਾਈਡ ਤੇ ਜਦੋਂ ਹੁਣ ਇਹਨਾਂ ਨੂੰ ਥਾਂ ਨਾ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਧੂਆਂ ਦੇ ਪੱਖ ਵਿੱਚ ਖੜ ਗਏ। ਜੇ ਕਿਤੇ ਸਿੱਧੂ ਇੱਥੇ ਰਹਿੰਦੇ ਹੁੰਦੇ, ਭੁੱਲਰਾਂ ਆਏ ਹੁੰਦੇ ਤੇ ਉਹਨਾਂ ਨੇ ਕਹਿਣਾ ਸੱਚੇ ਪਾਤਸ਼ਾਹ ਸਾਨੂੰ ਜਗ੍ਹਾ ਨਹੀਂ ਦਿੰਦੇ, ਸਤਿਗੁਰਾਂ ਨੇ ਭੁੱਲਰਾਂ ਵਾਲੇ ਪਾਸੇ ਖੜ ਜਾਂਦੇ।
ਸਮਝਦੇ ਹੋ ਨਾ? ਗੋਤ ਜਾਤ ਮਜ਼ਹਬ ਦਾ ਮਤਲਬ ਨਹੀਂ ਹੈ, ਗੁਰੂ ਤੇ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਹੱਕ ਵਿੱਚ ਖੜ ਜਾਂਦੇ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ, ਤਿਲਕ ਜਨੇਊ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ। ਉਹੀ ਹਿੰਦੂ ਪਹਾੜੀ ਰਾਜੇ ਚੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਤੇ ਆ ਕੇ ਜਿਨ੍ਹਾਂ ਵਾਸਤੇ ਕੁਰਬਾਨੀ ਦਿੱਤੀ ਸੀ। ਹਿੰਦੂ ਪਹਾੜੀ ਰਾਜੇ ਇਹ ਚੜ੍ਹ ਕੇ ਆਏ ਤੇ ਇਸਲਾਮ ਦੇ ਵੀ ਜਿਹੜੇ ਰਾਜੇ ਸੀ, ਔਰੰਗਜ਼ੇਬ ਬਾਦਸ਼ਾਹ ਵੱਲੋਂ ਫੌਜਾਂ ਭੇਜੀਆਂ ਗਈਆਂ, ਚੜ੍ਹਾਈ ਕਰਕੇ ਆਏ ਸਾਰੇ, ਘੇਰਾ ਪਿਆ। ਜਦੋਂ ਘੇਰਾ ਨਾ ਜਾਂਦਾ ਦੇਖਿਆ ਨਾ ਤੇ ਬੜੇ ਸਿੰਘ ਭੁੱਖ ਤੋਂ ਦੁਖੀ ਹੋ ਕੇ ਮਰਨ ਲੱਗੇ। ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਵਾਸਤੇ ਪ੍ਰਸ਼ਾਦੀ ਹਾਥੀ, ਪੰਜ ਕਲਾ, ਸਾਤਰ, ਚੰਦਨ ਦੀ ਚੌਂਕੀ, ਸੋਹਣਾ ਚੰਦੋਆ, ਕਲਗੀ ਵਗੈਰਾ ਲੈ ਕੇ ਆਇਆ। ਸਤਿਗੁਰਾਂ ਨੇ ਸਾਰਾ ਕੁਝ ਉਹਦਾ ਮਾਣ ਸਨਮਾਨ ਦੇ ਨਾਲ ਭੇਟਾ ਪ੍ਰਵਾਨ ਕਰੀ। ਆਸੇ ਪਾਸੇ ਘੇਰੇ ਪਏ ਹੋਏ ਸੀ, ਫੌਜਾਂ ਦਾ ਆਉਣ ਜਾਣ ਨਹੀਂ ਸੀ ਹੁੰਦਾ ਤੇ ਰਸਤ ਬਸਤ ਆਉਂਦੀ ਨਹੀਂ ਸੀ। ਉਹ ਜਿਹੜਾ ਪ੍ਰਸ਼ਾਦੀ ਹਾਥੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸੁੰਡ ਦੇ ਵਿੱਚ ਪਾਣੀ ਭਰ ਕੇ ਚਰਨ ਧੋਂਦਾ ਸੀ, ਜਿਹੜਾ ਤੌਲੀਆ ਫੜ ਕੇ ਸੁੰਡ ਨਾਲ ਚਰਨ ਸਾਫ਼ ਕਰਦਾ ਸੀ, ਚੌਰ ਸਾਹਿਬ ਫੜ ਕੇ ਸੁੰਡ ਨਾਲ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਰਦਾ ਸੀ। ਇਹੋ ਜਿਹਾ ਸਮਾਂ ਆ ਗਿਆ, ਭੁੱਖ ਤੋਂ ਦੁੱਖ ਹੋ ਕੇ, ਦੁਖੀ ਹੋ ਕੇ ਉਹ ਪ੍ਰਸ਼ਾਦੀ ਹਾਥੀ ਵੀ ਮਰ ਗਿਆ। ਦੁੱਖ ਤੇ ਬੜੇ ਢਾਏ ਨਾ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਦੁੱਖ ਹੈ ਨਾ ਜਿਹੜਾ, ਸਭ ਤੋਂ ਪਹਿਲਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਦੁੱਖ ਵਿਛੋੜਾ ਕਿਹਾ। ਵਿਛੋੜੇ ਦਾ ਦੁੱਖ ਸਭ ਤੋਂ ਭੈੜਾ ਦੁੱਖ ਹੈ। ਤੇ ਅਗਲਾ ਦੁੱਖ ਹੈ ਜਿਹੜਾ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਭੁੱਖ ਦਾ ਦੁੱਖ ਵੀ ਬੜਾ ਸਤਾਉਂਦਾ। ਮੌਤ ਤੇ ਜ਼ਿੰਦਗੀ ਵਿੱਚ ਇੱਕ ਵਾਰੀ ਆਉਂਦੇ, ਭੁੱਖ ਤੇ 4-5 ਘੰਟਿਆਂ ਬਾਅਦ ਫੇਰ ਲੱਗੀ ਪਈ। ਸਰੀਰ ਨੂੰ ਤੇ ਭੋਜਨ ਦੀ ਲੋੜ ਹੈ। ਤੇ ਜਦੋਂ ਕਿਸੇ ਪਾਸਿਓਂ ਕੋਈ ਬਾਹਰ ਨਾ ਪਈ, ਸਿੰਘ ਕਲਗੀਆਂ ਵਾਲੇ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਵੀ ਤੁਰ ਚੱਲੇ ਨੇ। ਸੱਚੇ ਪਾਤਸ਼ਾਹ, ਸਾਥੋਂ ਇੱਥੇ ਰਹਿ ਕੇ ਆਣੇ ਆਈ ਮੌਤ ਨਹੀਂ ਮਰਿਆ ਜਾਂਦਾ, ਜਾਂ ਤੇ ਮੈਦਾਨੇ ਜੰਗ ਵਿੱਚ ਜਾਣਾ ਤੇ ਨਹੀਂ ਅਸੀਂ ਆਪਣੇ ਘਰਾਂ ਨੂੰ ਚੱਲੇ ਆ। ਸਾਡੇ ਤੇ ਹਾਲਾਤ ਇਹ ਹੋ ਗਏ, ਅਸੀਂ ਕਿੰਨਾ ਸਮਾਂ ਹੋ ਗਿਆ, 8 ਮਹੀਨੇ ਬੈਠਿਆਂ ਨੂੰ ਹੋ ਗਿਆ, ਘਰ ਤੱਕ ਨਹੀਂ ਗਏ, ਘਰ ਵਾਰ ਨਾ ਰੁੱਸ ਗਈਆਂ, ਜਾ ਕੇ ਪੇਕੀ ਲਾ ਲੇ ਡੇਰੇ। ਤੂੰ ਗੁਰੂ ਨਹੀਂ ਸਾਡਾ ਜੀ, ਅੱਜ ਤੂੰ ਅਸੀਂ ਨਹੀਂ ਸਿੱਖਦੇ ਰੇ। ਛੱਡ ਕੇ ਤੁਰ ਗਏ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਸਿੰਘੋ ਸ਼ੇਰੋ 8 ਦਿਨ ਕੁੱਲ ਕੱਟਣੇ, ਮਨ ਫੇਰੋ, ਖਾਲਸੇ ਦੀ ਜਿੱਤ ਹੋਣ ਵਾਲੀ ਹੈ। ਕੁਝ ਕੁ ਸਮੇਂ ਦੀ ਤੇ ਗੱਲ ਹੈ, ਤੁਸੀਂ ਇੱਥੇ ਖੜ ਜਾਓ। ਫਿਰ ਆਪੋ ਆਪਣੇ ਘਰਾਂ ਨੂੰ ਜਾਣਾ, ਤਨਖਾਹਾਂ ਨਹੀਂ ਮਿਲੀਆਂ, ਰਸਤਾਂ ਬਸਤਾਂ ਨੂੰ ਚੜਾਵਾ ਬੰਦ ਹੋ ਗਿਆ, ਸਭ ਕੁਝ ਖਤਮ ਹੋ ਗਿਆ, ਲੰਗਰ ਮਸਤਾਨੇ ਹੋ ਗਏ। ਤੇ ਸਾਰਾ ਕੁਝ ਜਦੋਂ ਇਸ ਤਰ੍ਹਾਂ ਵਾਪਰਿਆ ਨਾ, ਪਹਾੜੀ ਰਾਜਿਆਂ ਵੱਲੋਂ, ਮੁਗਲ ਹਕੂਮਤ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਇੱਕ ਸਾਂਝਾ ਖਤ ਲਿਖਿਆ ਗਿਆ, ਚਿੱਠੀ ਲਿਖੀ ਗਈ, ਜਿਹਦੇ ਵਿੱਚ ਲਿਖਿਆ, ਐ ਗੁਰੂ ਗੋਬਿੰਦ ਸਿੰਘ, ਤੁਸੀਂ ਆਨੰਦਪੁਰ ਛੱਡ ਕੇ ਚਲੇ ਜਾਓ, ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ, ਅਸੀਂ ਗਊ ਦੀ ਕਸਮ ਖਾਂਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਰਾਨ ਸ਼ਰੀਫ ਦਾ ਕਿੰਨਾ ਸਤਿਕਾਰ ਕਰਿਆ, ਉਹਨਾਂ ਦੀਆਂ ਕਸਮਾਂ ਤੇ। ਹਾਲਾਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਇਹਨਾਂ ਦੀਆਂ ਗੱਲਾਂ ਤੇ ਇਤਬਾਰ ਨਾ ਕਰੋ। ਇਹ ਕਸਮਾਂ ਖਾਣ ਤੇ ਕਸਮਾਂ ਤੇ ਇਤਬਾਰ ਨਹੀਂ ਕਰਨਾ। ਜਿਹੜੇ 52 ਹੁਕਮਨਾਮੇ ਹੈ ਨਾ, ਉਹਨਾਂ ਵਿੱਚ ਇਹ ਵੀ ਜ਼ਿਕਰ ਆਇਆ ਕਿ ਕਿਸੇ ਨੇ ਨਾ ਝੂਠੀ ਸਹੁੰ ਖਾਣੀ ਹੈ, ਨਾ ਸੱਚੀ ਖਾਣੀ ਹੈ, ਨਾ ਸਹੁੰ ਖਾਣ ਵਾਲੀ ਤੇ ਇਤਬਾਰ ਕਰਨਾ, ਕਸਮ ਨਹੀਂ ਖਾਣੀ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਹੱਡ ਬੀਤੀਆਂ ਹੋਈਆਂ, ਤਾਂ ਕਿਹਾ ਸੀ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਤੇ ਇਤਬਾਰ ਨਹੀਂ ਕਰਨਾ ਤੁਸੀਂ। ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਿੰਘਾਂ ਦੇ ਕਹਿਣ ਤੇ ਮਾਤਾ ਗੁਜਰ ਕੌਰ ਕੋਲ ਚਲੇ ਗਏ, ਆਪਾਂ ਆਨੰਦਪੁਰ ਛੱਡ ਕੇ ਜਾਣਾ। ਫਿਰ ਸਤਿਗੁਰੂ ਕਹਿੰਦੇ ਕਰ ਲਓ ਤਿਆਰੀ ਕਰੀ ਹੈ, ਜਥੇ ਬਣਾਏ ਨੇ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਘੋੜੇ ਤੇ ਬਿਠਾਇਆ ਗਿਆ।
ਉਹਨਾਂ ਦੀ ਹਿਫਾਜ਼ਤ ਦੇ ਵਾਸਤੇ ਸਿੰਘ ਲਾਏ ਆ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ। ਇਹਨਾਂ ਦਾ ਇੱਕ ਜਥਾ ਬਣਾਇਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਸੀਂ ਸਾਰਿਆਂ ਦੇ ਪਿੱਛੇ ਲੱਗਾਂਗੇ। ਨਹੀਂ ਸੱਚੇ ਪਾਤਸ਼ਾਹ ਤੁਸੀਂ ਜਥੇ ਦੀ ਅਗਵਾਈ ਕਰੋ। ਤੇ ਫਿਰ ਬਾਅਦ ਵਿੱਚ ਪਿੱਛੇ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਲਾਇਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਲਾਇਆ ਗਿਆ। ਭਾਈ ਉਦੈ ਸਿੰਘ ਵਰਗੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਲਾਇਆ। ਬਾਬਾ ਕਾਹਨ ਸਿੰਘ ਜੀ ਮਹਾਂਪੁਰਸ਼ ਪਹੁੰਚੇ ਆ। ਪਹੁੰਚੇ ਧੰਨਵਾਦ ਜੀ ਆਇਆਂ ਨੂੰ। ਤੇ ਜਦੋਂ ਹੁਣ ਜਥਾ ਬਣਾ ਕੇ ਚੱਲੇ ਆ ਨਾ ਸਾਰੇ ਸਿੰਘ, ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਆਏ। ਗੁਰੂਆਂ ਦੇ ਵੱਡੇ ਗੁਰੂਆਂ ਦੇ ਅਸਥਾਨਾਂ ਨੂੰ ਨਮਸਕਾਰ ਕਰੀਏ। ਚਾਲੇ ਪਾਏ ਰੋਪੜ ਦੀ ਧਰਤੀ ਕੋਲ ਪਹੁੰਚੇ ਐ। ਆਪ ਜਾਣਦੇ ਹੋ ਸਰਸਾ ਦੇ ਕਿਨਾਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਦੋਂ ਆਉਣਾ ਹੋਇਆ ਤੇ ਮੀਂਹ ਵੀ ਪੈ ਰਿਹਾ, ਹਵਾ ਵੀ ਵਗਦੀ ਹੈ, ਠੰਡ ਹਵਾ ਵਗਦੀ ਹੈ ਤੇ ਸਿੰਘਾਂ ਦੇ ਸਤਿਗੁਰਾਂ ਦੇ ਜਿੰਨਾ ਬਹੀਰ ਚੱਲਿਆ ਸੀ ਸਭ ਦੇ ਕੱਪੜੇ ਭਿੱਜ ਗਏ। ਤੇ ਉਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਦਇਆ ਸਿੰਘਾ ਕਿੰਨਾ ਕੁ ਸਮਾਂ ਹੋ ਗਿਆ? ਮਹਾਰਾਜ 3 ਵਜੇ ਦਾ ਸਮਾਂ ਅੰਮ੍ਰਿਤ ਵੇਲਾ ਹੈ। ਦਇਆ ਸਿੰਘਾ ਆਨੰਦਪੁਰ ਆਪਾਂ ਇਸ ਵੇਲੇ ਕੀ ਕਰਦੇ ਹੁੰਦੇ? ਇੱਕ ਯਾਦ ਹੈ ਨਾ ਜਿੱਥੇ ਸਤਿਗੁਰੂ ਰਹਿ ਕੇ ਵੱਡੇ ਹੋਏ। ਸੱਚੇ ਪਾਤਸ਼ਾਹ ਇਸ ਵੇਲੇ ਤੇ ਆਪਾਂ ਬਾਣੀ ਪੜ੍ਹਦੇ ਹੁੰਦੇ। ਸਤਿਗੁਰੂ ਕਹਿੰਦੇ ਅੱਜ ਵੀ ਪੜ੍ਹਨੀ ਹੈ। ਮਹਾਰਾਜ ਪਿੱਛੇ ਤੇ ਫੌਜਾਂ ਲੱਗੀਆਂ ਹੋਈਆਂ। ਆਪਾਂ ਨਿਤਨੇਮ ਹੀ ਕਰਨਾ, ਥੋੜਾ ਜਾਗੇ ਜਾ ਕੇ ਕਰ ਲਾਂਗੇ। ਸਤਿਗੁਰੂ ਕਹਿੰਦੇ ਦਇਆ ਸਿੰਘਾ ਜਿਹੜਾ ਨਿਤਨੇਮ ਹੈ ਨਾ ਇਸੇ ਦੇ ਸਹਾਰੇ ਤੇ ਆਪਾਂ ਜਾਉਣੇ ਆ। ਇਹੀ ਸਾਡਾ ਮੂਲ ਹੈ। ਜੇ ਇਹ ਸਿੱਖ ਕੋਲੋਂ ਖੁੱਸ ਗਿਆ ਫਿਰ ਸਿੱਖ ਕੋਲੇ ਰਹਿ ਕੇ ਗਿਆ। ਕਲਗੀਆਂ ਵਾਲੇ ਨੇ ਸਭ ਕੁਝ ਛੱਡਤਾ ਪਰ ਆਪਣਾ ਨਿਤਨੇਮ ਨਹੀਂ ਛੱਡਿਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਮੇ ਹੈ, ਕਵੀ ਹੈ ਤੇ ਉਹ ਬਹਾਦਰ ਨੇ ਤੇ ਉਹਨਾਂ ਵਰਗਾ ਤਿਆਗੀ ਵੀ ਕੋਈ ਨਹੀਂ। ਜੇ ਸਤਿਗੁਰਾਂ ਨੇ ਪਟਨਾ ਸਾਹਿਬ ਛੱਡਿਆ ਮੁੜ ਕੇ ਪਟਨਾ ਸਾਹਿਬ ਨਹੀਂ ਗਏ। ਸਤਿਗੁਰੂ ਪੌਂਟਾ ਸਾਹਿਬ ਗਏ ਤੇ ਇੱਕ ਵਾਰੀ ਚਲੇ ਗਏ, ਵਾਪਸ ਪੌਂਟਾ ਸਾਹਿਬ ਨਹੀਂ ਗਏ ਕਦੇ। ਜੇ ਕਲਗੀਆਂ ਵਾਲੇ ਨੇ ਆਨੰਦਪੁਰ ਛੱਡਿਆ ਤੇ ਦੁਬਾਰਾ ਆਨੰਦਪੁਰ ਵੀ ਨਹੀਂ ਗਏ। ਜਿੱਥੇ ਜਾਇਆ ਹੈ ਸੋ ਜਾਇਆ ਹੈ। ਗੁਰੂ ਗੋਬਿੰਦ ਸਿੰਘ ਤੇ ਇੰਨਾ ਤਿਆਗੀ ਹੈ ਜੇ ਚਮਕੌਰ ਦੀ ਗੱਡੀ ਵੀ ਸਾਹਮਣੇ ਪਈ ਆਪਣੇ ਸਿੱਖ ਬੱਚੇ ਸਾਹਿਬਜ਼ਾਦੇ ਜਿਗਰ ਦੇ ਟੁੱਟੇ ਦੇਖੇ ਤੇ ਛੱਡ ਕੇ ਕੋਲ ਦੀ ਲੰਘ ਗਿਆ। ਬਹੁਤਾ ਮੋਹ ਨਹੀਂ ਪਾਇਆ। ਇਹ ਨਹੀਂ ਕਲਗੀਆਂ ਵਾਲੇ ਆਪਣੇ ਸਾਹਿਬਜ਼ਾਦਿਆਂ ਨੂੰ ਕਦੇ ਚੁੱਕਦੇ ਨਹੀਂ ਹੋਣੇ ਵੀ ਅਸੀਂ ਤੇ ਇਹਨਾਂ 'ਚ ਮੋਹ ਨਹੀਂ ਜੀ ਰੱਖਣਾ, ਬੱਚਿਆਂ 'ਚ ਪਰਿਵਾਰ 'ਚ ਮੋਹ ਨਹੀਂ ਰੱਖਣਾ। ਇੱਕ ਬੱਚਿਆਂ ਦੇ ਮੋਹ ਕਰਕੇ ਹੀ ਆਪਾਂ ਭੱਜੇ ਫਿਰਦੇ ਆ ਨਾ, ਉਹਨਾਂ ਦੇ ਪਾਲਣ ਪੋਸ਼ਣ ਵਾਸਤੇ। ਤਿਆਗੀ ਇੱਕ ਅੰਦਰੋਂ ਨੇ ਉਹ। ਤੇ ਸਾਹਿਬਜ਼ਾਦਿਆਂ ਨੂੰ ਜੋਰਾਵਰ ਸਿੰਘ ਫਤਿਹ ਸਿੰਘ ਵਰਗਿਆਂ ਨੂੰ ਸਤਿਗੁਰੂ ਗੋਦੀ ਚੁੱਕਦੇ ਹੋਣਗੇ, ਕਦੇ ਢੂਹੇ ਤੇ ਬਹਾ ਕੇ ਵੀ ਝੂਟਾ ਦਿੰਦੇ ਹੋਣਗੇ। ਪਿਆਰ ਹੈ ਨਾ ਬੱਚਿਆਂ ਦੇ ਨਾਲ। ਤੇ ਜਦੋਂ ਹੁਣ ਇੱਥੇ ਪਹੁੰਚੇ ਨੇ ਸਰਸਾ ਦੇ ਕਿਨਾਰੇ ਸਿੰਘੋ, ਆਪਾਂ ਨਿਤਨੇਮ ਵੀ ਕਰਕੇ ਜਾਣਾ। ਆਸਾ ਦੀ ਵਾਰ ਦਾ ਕੀਰਤਨ ਹੋਇਆ, ਪਿੱਛੋਂ ਫੌਜ ਚੜ ਕੇ ਆ ਗਈ ਹੈ। ਅਲੀ ਅਲੀ ਦੇ ਨਾਰੇ ਲੱਗਦੇ ਹੁੰਦੇ ਆ, ਫੜ ਲੋ ਦੀਆਂ ਆਵਾਜ਼ਾਂ ਆਉਂਦੀਆਂ ਐ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਜੀ ਨੇ ਸ਼ੇਰ ਦਾ ਸ਼ਿਕਾਰ ਕਰਿਆ ਹੋਇਆ। ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਮੋਰਚਾ ਸਾਂਭਿਆ ਹੋਇਆ। ਭਾਈ ਉਦੈ ਸਿੰਘ ਤੇ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਉਹ ਜੰਗ ਦੇ ਵਿੱਚ ਉੱਥੇ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੇ ਸਮੇਤ ਅੱਗੇ ਸਰਸਾ ਨੂੰ ਪਾਰ ਕਰਦੇ। ਬੜਾ ਵੱਡਾ ਵਹੀਰ ਚੱਲਿਆ ਸੀ। ਬੜੇ ਐਸੇ ਸਿੰਘ ਸੀ ਜਿਹੜੇ ਬੱਚਿਆਂ ਸਮੇਤ ਬੀਬੀਆਂ ਸਮੇਤ ਕਈ ਸਰਸਾ ਦੇ ਵਿੱਚ ਹੀ ਰੁੜ ਕੇ ਵਗ ਗਏ। ਸਮਾਂ ਜਿਹੜਾ ਨਾ ਇਹੋ ਜਿਹਾ ਆ ਜਾਂਦਾ ਕਈ ਵਾਰੀ। ਹੁਣ ਸਰਸਾ ਦੇ ਵਿੱਚ ਵਗ ਜੋ ਕਿਸੇ ਦੇ ਗੋਡੇ ਵੀ ਨਹੀਂ ਭਿੱਜਦੇ। ਸਰਸਾ ਤੇ ਅੱਜ ਵੀ ਵਗਦੀ ਹੈ, ਪਰ ਉਹ ਸਮਾਂ ਸੀ ਜਿਹੜਾ ਹਾਲ ਦੇਖੋ। ਗੁਰੂ ਗੋਬਿੰਦ ਸਿੰਘ ਜਾਣੀ ਜਾਣ ਵੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਜੇ ਅੱਜ ਅਸੀਂ ਛੱਡਾਂਗੇ ਤੇ ਸਰਸਾ ਦੇ ਵਿੱਚ ਵੀ ਰੁੜਨਾ ਪਏਗਾ। ਪਤਾ ਤੇ ਹੈ ਨਾ, ਪਰ ਜੋ ਤੁਧ ਭਾਵੈ ਸਾਈ ਭਲੀ ਕਾਰ। ਹੋਣਾ ਤੇ ਉਹ ਹੈ ਜੋ ਪਰਮੇਸ਼ਰ ਨੇ ਪਾਇਆ।
ਪਤਾ ਸੀ ਵੀ ਸਾਰਾ ਕੁਝ ਇਹ ਹੋਣਾ ਵੀ ਹੈ। ਤੇ ਸਤਿਗੁਰੂ ਜੀ ਸਰਸਾ ਨੂੰ ਪਾਰ ਕਰਿਆ। ਵੱਡੇ ਸਾਹਿਬਜ਼ਾਦੇ ਇੱਕ ਪਾਸੇ ਹੋ ਗਏ, 40 ਕੁ ਸਿੰਘ ਚਮਕੌਰ ਨੂੰ ਚਲੇ ਗਏ ਨੇ। ਮਲਕਪੁਰ ਰੰਗੜਾਂ ਵੀ ਜੰਗ ਹੋਈ। ਫਿਰ ਕੋਟਲਾ ਨਿਹੰਗ ਖਾਂ ਦੇ ਘਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ। ਬਾਬਾ ਬਚਿੱਤਰ ਸਿੰਘ ਦਾ ਅੰਤ ਸਮਾਂ ਕੋਟਲਾ ਨਿਹੰਗ ਖਾਂ ਦੇ ਘਰ ਹੋਇਆ। ਤੇ ਉਹਦੀ ਲੜਕੀ ਸੀ ਬੀਬੀ ਮੁਮਤਾਜ। ਉਹਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਸਾਰੀ ਉਮਰ ਵਿਆਹ ਨਹੀਂ ਸੀ ਕਰਾਇਆ। ਬੱਸੀ ਕੇ ਪਠਾਣਾ ਮੰਗੀ ਵੀ ਹੋਈ ਸੀ, ਰਿਸ਼ਤਾ ਵੀ ਹੋਇਆ ਸੀ। ਜਦੋਂ ਨਿਹੰਗ ਖਾਂ ਨੇ ਕਿਹਾ ਨਾ ਇਹ ਕਮਰੇ ਵਿੱਚ ਮੇਰਾ ਦਮਾਦ ਤੇ ਮੇਰੀ ਧੀ ਛੱਡ ਕੇ ਸਿਪਾਹੀ ਚਲੇ ਗਏ, ਉਸ ਦਿਨ ਤੋਂ ਬੀਬੀ ਨੇ ਇਹ ਮੰਨ ਲਿਆ ਸੀ ਕਿ ਮੇਰਾ ਜਿਹੜਾ ਪਤੀ ਹੈ ਉਹ ਭਾਈ ਬਚਿੱਤਰ ਸਿੰਘ ਹੈ। ਸਾਰੀ ਉਮਰ 115 ਸਾਲ ਮੇਰੇ ਖਿਆਲ ਚ ਲਗਭਗ ਉਮਰ ਉਹਨੇ ਭੋਗੀ ਹੈ। ਤੇ ਦੇਹਰਾਦੂਨ ਦੇ ਇਲਾਕੇ ਵਿੱਚ ਜਾ ਕੇ ਉਹਨੇ ਬੜੀ ਭਜਨ ਬੰਦਗੀ ਵੀ ਕਰੀ। ਸਾਰੀ ਉਮਰ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਰਹੀ। ਕਿੰਨਾ ਜਦ ਸਤ ਵਿੱਚ ਕਾਇਮ ਰਹਿਣ ਵਾਲੀ ਸੀ। ਤੇ ਉਹ ਵੀ ਸਿੰਘ ਚੜ੍ਹਦੀ ਕਲਾ ਵਾਲੇ ਕੋਟਲਾ ਨਿਹੰਗ ਖਾਂ ਦਾ ਕਿੰਨਾ ਪਿਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਫਿਰ ਜਦੋਂ ਇਹ ਦੂਸਰੇ ਪਾਸੇ ਮਤਾਵਾਂ ਨੇ ਜਿਹੜੀਆਂ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਚੱਲੇ ਪੈ ਗਏ। ਜਿੱਧਰ ਨੂੰ ਵੀ ਜਾਣਾ ਸੀ, ਕੋਈ ਮਿੱਥ ਕੇ ਨਹੀਂ ਕਿ ਵੀ ਆਪਾਂ ਦਿੱਲੀ ਵੀ ਚੱਲਣਾ ਸਿੱਧਾ। ਭਾਵ ਕਿ ਜਿੱਧਰ ਦੇ ਸਮਾਂ ਬਣਿਆ ਵੀ ਇਧਰ ਦੀ ਖਤਰਾ ਨਹੀਂ, ਤੁਰਦਿਆਂ ਤਰਦਿਆਂ ਜਿਵੇਂ ਜਿਵੇਂ ਸਮਾਂ ਬਣਦਾ ਗਿਆ ਤੇ ਦਿੱਲੀ ਤੱਕ ਪਹੁੰਚ ਹੋ। ਮਿਥਿਆ ਥੋੜੀ ਸੀਗਾ ਉਸ ਸਮੇਂ ਵਿੱਚ ਵੀ ਤੁਸੀਂ ਦਿੱਲੀ ਜਾਣਾ ਸੀਗਾ। ਫਿਰ ਸਤਿਗੁਰੂ ਹੋਰ ਰਾਹ ਵੀ ਤੋਰ ਸਕਦੇ ਸੀ ਨਾ। ਉਹ ਤੇ ਜਿਵੇਂ ਜੇ ਸਮਾਂ ਬਣਿਆ, ਜਿੱਧਰ ਨੂੰ ਆਪਾਂ ਆਮ ਜਾਂ ਕਹਿ ਲਈਏ ਵੀ ਮੂੰਹ ਹੋਇਆ ਉਧਰ ਨੂੰ ਚੱਲੇ ਪੈ ਗਏ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦਾ ਜਿਹੜਾ ਇਹ ਪਰਿਵਾਰ ਇੱਕ ਅਲੱਗ ਪਾਸੇ ਹੋ ਗਿਆ। ਸਰਸਾ ਦੇ ਕਿਨਾਰੇ ਤੇ ਬੜੀ ਦੇਖੋ ਪਿਆਰੋ, ਸਾਡੇ ਬੜਿਆਂ ਦੇ ਵਿਛੋੜੇ ਪੈਂਦੇ ਆ। ਇੱਕ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਹੈ ਜਿਹੜਾ ਜਿਉਂਦਿਆਂ ਜੀ ਵਿਛੜਿਆ। ਸਾਡੀ ਬੇਬੇ ਜਾਂਦੀ ਮਰ ਕੇ ਜਾਂਦੀ ਹੈ, ਵਿਛੜਦੀ ਹੈ ਸਾਡੇ ਨਾਲ। ਸਾਡੇ ਮਾਂ-ਬਾਪ ਜਾਂਦੇ, ਬੱਚੇ ਸਾਡੇ ਜੇ ਰੱਬ ਨਾ ਕਰੇ ਦੁਨੀਆ ਤੋਂ ਜਾਂਦੇ ਆ, ਵਿਛੜਦੇ ਆ ਤੇ ਮਰ ਕੇ ਵਿਛੜਦੇ ਆ। ਜਿਹੜੇ ਬੱਚੇ ਵਿਦੇਸ਼ਾਂ ਨੂੰ ਜਾਂਦੇ ਆ ਉਹਨਾਂ ਦੀ ਆਸ ਹੈ 5 ਸਾਲਾਂ ਨੂੰ 10 ਸਾਲਾਂ ਨੂੰ ਮੁੜ ਕੇ ਆ ਜਾਏ। ਤੇ ਕਲਗੀਆਂ ਵਾਲੇ ਦਾ ਪਰਿਵਾਰ ਜਿਹੜਾ ਚੱਲਿਆ, ਆਸ ਵੀ ਕੋਈ ਨਹੀਂ ਮਿਲਣਗੇ ਜਾਂ ਨਾ ਮਿਲਣਗੇ। ਇਹ ਸਰਸਾ ਦੇ ਕਿਨਾਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ। ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ, 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 ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵੀਰਾਂ ਨਾਲ ਵੀਰ ਵਿਛੜੇ। ਨਦੀ ਤੇ ਵਿਛੋੜਾ, ਬੋਲੋ ਸਾਰੇ, ਵੀਰਾਂ ਨਾਲੋਂ। ਵਾਹ ਵਾਹ। ਵੀਰਾਂ ਨਾਲੋਂ ਜੀ ਵੀਰ ਵਿਛੜੇ। ਹਾਂ ਵੀਰਾਂ ਨਾਲੋਂ ਜੀ ਵੀਰ ਵਿਛੜੇ। ਵੀਰਾਂ ਨਾਲੋਂ ਜੀ ਵੀਰ ਵਿਛੜੇ। ਓ ਵੀਰਾਂ ਨਾਲੋਂ ਜੀ ਵੀਰ ਵਿਛੜੇ। ਵੀਰਾਂ ਨਾਲੋਂ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵਿਛੋੜਾ ਪੈ ਗਿਆ, ਵੀਰਾਂ ਨਾਲ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ
ਵਿਛੜੇ ਵੀਰਾਂ ਨਾਲੋਂ ਵੀਰ ਵਿਛੜੇ ਛੋੜਾ ਪੈ ਗਿਆ ਵੀਰਾਂ ਨਾਲੋਂ ਵੀਰ ਵਿਛੜੇ ਐਸਾ ਪਰਿਵਾਰ ਵਿਛੋੜਾ ਪਿਆ ਤੇ ਮੁੜ ਕੇ ਮਿਲਾਪ ਨਹੀਂ ਹੋਇਆ। ਜਦੋਂ ਸਰਸਾ ਨੂੰ ਪਾਰ ਕਰਿਆ ਨਾ ਭਾਈ ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨਜ਼ਰ ਨਹੀਂ ਆਉਂਦੀ, ਮੈਂ ਦੇਖ ਕੇ ਆਵਾਂ। ਪਿਆਰ ਹੈ ਨਾ ਸਾਰੇ ਸਿੰਘਾਂ ਦਾ, ਤੇ ਇਹ ਛੋਟੀਆਂ ਛੋਟੀਆਂ ਉਮਰਾਂ ਵਿੱਚ ਹੀ ਰਹਿਣ ਵਾਲੇ ਸੀ ਮਹਾਰਾਜ ਦੇ ਕੋਲੇ। ਜੇ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਚੁਣੇ, ਵੱਡਾ ਇਕੱਠ ਰੱਖਿਆ, ਇੱਕ ਜ਼ਿੰਮੇਵਾਰ ਬੰਦਿਆਂ ਨੂੰ ਚੰਗੀ ਤਰ੍ਹਾਂ ਜਿਨ੍ਹਾਂ ਨਾਲ ਜਾਣ ਪਛਾਣ ਸੀ, ਤੇ ਛੋਟੀਆਂ ਛੋਟੀਆਂ ਉਮਰਾਂ ਵਿੱਚ ਹੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਆਨੰਦਪੁਰ ਰਹਿਣ ਲੱਗੇ ਸੀ। ਐਡੀ ਵੱਡੀ 5 ਪਿਆਰਿਆਂ ਦੀ ਜ਼ਿੰਮੇਵਾਰੀ ਦੇਣੀ, ਉਹਨਾਂ ਨੇ ਮਨ ਕਰਿਆ, ਕਿੰਨਾ ਮਨ ਮਜ਼ਬੂਤ ਸੀ। ਜੇ ਗੁਰੂ ਗੋਬਿੰਦ ਸਿੰਘ ਵੱਢ ਦੇਗਾ ਤੇ ਤਾਂ ਵੀ ਕੋਈ ਪਰਵਾਹ ਨਹੀਂ। ਇਹ ਥੋੜੀ ਵੀ ਪਹਿਲੀ ਵਾਰੀ ਬੰਦਾ ਆਇਆ ਵੀ ਚੱਲ ਤੂੰ ਵੀ 5 ਪਿਆਰਾ ਬਣ ਜਾ। ਸਮਝਦੇ ਹੋ ਨਾ ਕਿੰਨੇ ਸਾਲ ਉਹਨਾਂ ਨੂੰ ਉੱਥੇ ਰਹਿੰਦਿਆਂ ਹੋ ਗਏ ਸੀਗੇ। ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਉਹਨਾਂ ਦੇ ਸਿਰ ਤੇ ਉਹ ਜ਼ਿੰਮੇਵਾਰੀ ਨੂੰ ਉਹਨਾਂ ਨੇ ਨਿਭਾਇਆ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਿਦਕ ਨਾਲ ਰਹਿਣਾ ਸਿੱਖਿਆ ਸਾਰੀ ਉਮਰ। ਤੇ ਜਦੋਂ ਦਇਆ ਸਿੰਘ ਨੇ ਕਿਹਾ ਨਾ ਮਹਾਰਾਜ ਮੈਂ ਦੇਖ ਕੇ ਆਵਾਂ, ਸਤਿਗੁਰੂ ਕਹਿੰਦੇ ਦਇਆ ਸਿੰਘਾ ਜਿਹੜੇ ਦਰਸ਼ਨ ਕਰਨੇ ਸੀ ਕਰ ਲਏ, ਚੱਲ ਆਪਾਂ ਅੱਗੇ ਚੱਲਦੇ ਹਾਂ। ਜੇ ਤੂੰ ਲੱਭਣ ਵੀ ਜਾਏਂਗਾ ਤੈਨੂੰ ਤਾਂ ਵੀ ਨਹੀਂ ਮਿਲਣੇ ਹੁਣ ਉਹ, ਚੱਲ ਛੱਡ ਆਪਾਂ ਅੱਗੇ ਚੱਲਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਜ਼ੁਰਗ ਮਾਂ ਮਾਤਾ ਗੁਜਰ ਕੌਰ, ਇਹ ਵੀ ਮੈਂ ਬੇਨਤੀ ਕਰਾਂ ਪਿਆਰਿਓ, ਜਿੰਨਾ ਸਮਾਂ ਸੀ ਨਾ ਮਾਤਾ ਗੁਜਰ ਕੌਰ ਅੰਮ੍ਰਿਤ ਨਹੀਂ ਛਕਿਆ, ਉਦੋਂ ਮਾਤਾ ਗੁਜਰੀ ਸੀ। ਜਦੋਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਮਾਤਾ ਜੀ, ਸਾਨੂੰ ਗੁਜਰ ਕੌਰ ਕਹਿਣਾ ਚਾਹੀਦਾ, ਐਵੇਂ ਮਾਤਾ ਗੁਜਰੀ ਗੁਜਰੀ ਨਾ ਕਰਿਆ ਕਰੋ। ਬੜੀ ਮਹਾਨ ਹਸਤੀ ਆ ਉਹ ਜਿਹਨੇ ਆਪਣਾ ਪਤੀ ਵਾਰਿਆ, ਆਪਣਾ ਪੁੱਤਰ ਵਾਰਿਆ, ਆਪਣੇ ਸਾਹਿਬਜ਼ਾਦੇ ਵਾਰੇ, ਆਪ ਧਰਮ ਤੋਂ ਕੁਰਬਾਨ ਹੋ ਗਈ। ਤੇ ਜਦੋਂ ਕਦੇ ਆਪਾਂ ਵੈਸੇ ਕਹਿੰਦੇ ਆ ਨਾ ਮਾਤਾ ਗੁਜਰੀ, ਸਮਝਦੇ ਹੋ ਨਾ ਪਿਆਰਿਓ, ਬੜੀ ਵੱਡੀ ਉਹਨਾਂ ਦੀ ਕੁਰਬਾਨੀ ਹੈ। ਤੇ ਮਾਣ ਦੇ ਨਾਲ ਕਿਹਾ ਕਰੋ ਸਾਡੀ ਮਾਂ, ਸਾਡੀ ਦਾਦੀ ਮਾਂ ਮਾਤਾ ਗੁਜਰ ਕੌਰ ਹੈ। ਸਾਡੀਆਂ ਮਾਵਾਂ ਨੇ ਕਦੇ ਕੱਚਾ ਨਾਮ ਲੈ ਕੇ ਕਿਸੇ ਨੂੰ ਕਹਿਆ ਵੀ ਸਾਡੀ ਮਾਂ ਫਲਾਨੀ ਹੈ? ਕਹਿੰਦੇ ਨਹੀਂ ਕਿਸੇ ਨੂੰ। ਮਾਤਾ ਗੁਜਰ ਕੌਰ ਹੈ ਸਾਡੀ ਮਾਂ, ਤੇ ਉਹਨੂੰ ਪਿਆਰ ਦੇ ਨਾਲ ਮਾਤਾ ਗੁਜਰ ਕੌਰ ਹੀ ਕਹਿਆ ਕਰੋ। ਕਿ ਮੈਂ ਬਹੁਤ ਘੱਟ ਸ਼ਬਦ ਮਾਤਾ ਗੁਜਰੀ ਵਰਤਦਾ ਹਾਂ, ਜ਼ਿਆਦਾਤਰ ਮੈਂ ਸ਼ਬਦ ਮਾਤਾ ਗੁਜਰ ਕੌਰ ਹੀ ਵਰਤਦਾ, ਤੇ ਸਾਨੂੰ ਵਰਤਣਾ ਵੀ ਚਾਹੀਦਾ। ਜੇ ਸਿੰਘ ਦੇ ਨਾਲ ਸ਼ਬਦ ਦੇ ਨਾਲ ਭਾਈਆਂ ਦੇ ਨਾਲ ਸਿੰਘ ਲਾਇਆ ਤੇ ਕੌਰ ਸ਼ਬਦ ਅਸੀਂ ਵੀ ਕਹੀਏ। ਉਹ ਤੇ ਜਿਹੜਾ ਸਮਾਂ ਲੰਘ ਗਿਆ ਉਹ ਤੇ ਪਹਿਲਾਂ ਸੀ ਮਾਤਾ ਗੁਜਰੀ, ਹੁਣ ਤੇ ਗੁਜਰ ਕੌਰ। ਤੇ ਗੁਜਰ ਕੌਰ ਤੇ ਕੀ ਨਹੀਂ ਗੁਜਰੀ, ਇਹ ਵੀ ਸੋਚੀ ਅਸੀਂ। ਬੜਾ ਸਮਾਂ ਉਹਨੇ ਆਪਣੇ ਤੇ ਗੁਜ਼ਾਰਿਆ, ਔਖਾ ਸਮਾਂ ਵੀ ਚੱਲਿਆ। ਕਦੇ ਆਪਣੇ ਪਤੀ ਨੂੰ ਦੇਖਿਆ, 9 ਸਾਲਾਂ ਦੇ ਆਪਣੇ ਬੱਚੇ ਨੂੰ ਦੇਖਿਆ, ਬੜੇ ਹਾਲਾਤਾਂ ਦਾ ਸਾਹਮਣਾ ਕਰਿਆ। ਤੇ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਇੱਕ ਜੰਗਲੀ ਰਸਤੇ ਪੈ ਗਏ। 7 ਪੋਹ ਦਾ ਦਿਨ, ਸਾਰਾ ਦਿਨ ਤੁਰਦੇ ਰਹੇ ਸਾਹਿਬਜ਼ਾਦੇ। ਮਾਤਾ ਗੁਜਰ ਕੌਰ ਪੈਰਾਂ ਵਿੱਚ ਛਾਲੇ ਪੈ ਗਏ, ਤੇ ਉੱਪਰ ਗਰਮ ਲੈਣ ਨੂੰ ਕੋਈ ਕੱਪੜਾ ਵੀ ਨਹੀਂ ਹੈ। ਆਪਾਂ ਸਾਰੇ ਕੋਟੀਆਂ ਸਵੈਟਰ ਪਾ ਕੇ ਆਏ ਹਾਂ। ਸਾਹਿਬਜ਼ਾਦੇ ਛੋਟੇ ਛੋਟੇ ਬੱਚਿਆਂ ਦਾ ਆਪਾਂ ਕਿੰਨਾ ਖਿਆਲ ਰੱਖਦੇ, ਠੰਡੀ ਨਾ ਲੱਗ ਜੇ ਕਿਤੇ। ਫਿਕਰ ਤੇ ਕਲਗੀਆਂ ਵਾਲੇ ਨੂੰ ਵੀ ਸੀ ਨਾ, ਵੀ ਮੇਰੇ ਲਾਲ ਤੁਰੇ ਜਾਂਦੇ ਹੋਣਗੇ, ਪਤਾ ਨਹੀਂ ਕਿਹੜੇ ਹਾਲ ਵਿੱਚ ਹੋਣਗੇ। ਤੇ ਜਦੋਂ ਹੁਣ ਉਹ ਤੁਰਦੇ ਆ ਨਾ ਪਿਆਰਿਓ, ਜਿਹੜਾ ਰਸਤਾ ਸੀ ਬੜਾ ਹੀ ਉਹ ਭਿਆਨਕ ਰਾਹ ਗਾ, ਜੰਗਲੀ ਰਸਤਾ ਹੋਣ ਕਰਕੇ ਬੜਾ ਕੁਝ ਉੱਥੇ ਦੇਖਣ ਨੂੰ ਵੀ ਮਿਲਿਆ। ਭੈੜੇ ਭੈੜੇ ਡਰਾਵਣੇ ਜਾਨਵਰ ਆਵਾਜ਼ਾਂ ਵੀ ਕੱਢ ਕੱਢ ਕੇ ਡਰਾਉਂਦੇ ਹੋਣਗੇ। ਤੇ ਜਦੋਂ ਤੁਰਦੇ ਆ ਨਾ ਕਲਗੀਆਂ ਵਾਲੇ ਦੇ ਨਾਲ, ਇਹ ਵੀ ਨਹੀਂ ਪਤਾ ਸੀ ਜਾਣਾ ਕਿੱਥੇ।
ਆਪਾਂ ਪਤਾ ਸੀ ਨਾ ਵੀ ਇਸ ਘਰ ਪ੍ਰੋਗਰਾਮ ਸਾਰੇ ਚੱਲ ਕੇ ਆਏ ਆ, ਟੀਚਾ ਸੀ ਆਪਣਾ ਇੱਕ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਉਹ ਸਮਾਂ ਆਇਆ, ਪਤਾ ਹੀ ਨਹੀਂ ਜਾਣਾ ਕਿੱਥੇ ਹੈ, ਤੁਰਦੇ ਜਾ ਰਹੇ ਨੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ। ਤਾਂ ਕਿਸੇ ਨੇ ਤਾਈਓ ਤੇ ਬੜਾ ਸੋਹਣਾ ਕਹਿਆ, ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਬਾਟਾਂ ਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ, ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਹ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ, ਰੇਸ਼ਮ ਨਾਲੋਂ ਸੋਹਲ ਸਰੀਰਾਂ ਨੂੰ ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਤੇ ਦੋਨੋਂ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਕਹਿਰ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ, ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ। ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ, ਉਂਗਲੀ ਫੜ ਕੇ ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ। ਅਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ, ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ। ਬੇਦੋਸਾਂ ਇਹਨਾਂ ਨਿਰਦੋਸਾਂ ਦਾ, ਕੌਣ ਹੈ ਜੋ ਇਨਸਾਫ ਕਰੇ। ਬੇਦੋਸਾਂ ਇਹਨਾਂ ਨਿਰਦੋਸਾਂ ਦਾ, ਕੌਣ ਹੈ ਜੋ ਇਨਸਾਫ ਕਰੇ। ਕੈਸੀ ਹੋਣੀ ਨੇ ਖੇਡੀ ਚਾਲ ਜੀ,
ਗੰਗੂ ਪਾਪੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਬਹਿ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਜਦੋਂ ਵਿਪਤਾ ਹੁੰਦੀ ਹੈ ਨਾ ਛੋਟਾ ਜਿਹਾ ਰਸਤਾ ਵੀ ਬਹੁਤ ਵੱਡਾ ਲੱਗਦਾ ਹੈ। ਜਦੋਂ ਕਿਤੇ ਵਿਪਤਾ ਪੈਂਦੀ ਹੈ ਨਾ, ਜੇ ਗੋਨਿਆਂ ਤੋਂ ਬਠਿੰਡੇ ਜਾਣਾ ਵਜੇ ਬਠਿੰਡੇ ਨਹੀਂ ਆਉਣ ਚਾਹੁੰਦਾ ਅਗਲੇ ਨੂੰ, ਜਦੋਂ ਸਮਾਂ ਬਣਦਾ ਹੈ। ਤੇ ਮਾਤਾ ਗੁਜਰੀ ਜੀ ਤੁਰ ਰਹੇ ਨੇ, ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ, ਠੱਕਾ ਵਗਦਾ ਹੈ। ਮੀਂਹ ਪੈ ਰਿਹਾ ਥੋੜਾ ਥੋੜਾ ਕਿਨਮਣ ਅੱਜ ਵੀ ਹੋ ਰਹੀ ਹੈ ਨਾ, ਸਮਾਂ ਬਣਿਆ ਤੇ ਹਵਾ ਚੱਲਦੀ ਹੈ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ, ਕਹਿੰਦੇ ਮਾਂ ਆਪਾਂ ਚੱਲੇ ਕਿੱਥੇ ਆ? ਮਾਤਾ ਕਹਿੰਦੀ ਸਾਹਿਬਜ਼ਾਦਿਓ, ਜਿੱਥੇ ਕਰਤਾਰ ਪਰਮੇਸ਼ਰ ਲਿਜਾਣਾ ਚਾਹੇ ਨਾ ਆਪਾਂ ਉੱਥੇ ਚਲੇ ਜਾਵਾਂਗੇ, ਪੱਕਾ ਨਿਸ਼ਾਨਾ ਨਹੀਂ ਨਾ ਕੋਈ। ਤੇ ਚਲਦੇ ਚਲਦੇ ਚੱਕ ਢੇਰਾ ਪਿੰਡ ਪਹੁੰਚੇ। ਉੱਥੇ ਰਹਿੰਦਾ ਕੁਮਾ ਮਾਸਕੀ, ਜਿਹਨੂੰ ਕਰੀਮ ਬਖਸ਼ ਕਿਹਾ ਜਾਂਦਾ ਤੇ ਮਹਿਰੇ ਸਿੱਖਾਂ ਦੇ ਵਿੱਚੋਂ ਸੀ ਪਹਿਲਾਂ। ਔਰੰਗਜ਼ੇਬ ਬਾਦਸ਼ਾਹ ਦੇ ਬਹੁਤੇ ਜ਼ੁਲਮ ਹੋਣ ਕਰਕੇ ਇਹ ਆਪਣਾ ਧਰਮ ਛੱਡ ਗਿਆ, ਇਸਲਾਮ ਦੇ ਵਿੱਚ ਚਲਾ ਗਿਆ। ਤੇ ਇਹਦੀ ਜਦੋਂ ਘਰ ਦੇ ਕੋਲ ਗਏ ਆ ਨਾ, ਉਦੋਂ ਕੱਚੇ ਘਰ ਹੁੰਦੇ ਸੀ, ਉਹੋ ਜਿਹਾ ਸਮਾਂ ਹੁੰਦਾ ਸੀ। ਤੇ ਉਹਦੇ ਘਰ ਦੇ ਅੱਗੇ ਗਏ ਆ, ਝੌਂਪੜੀ ਦੇ ਅੱਗੇ ਗਏ ਆ, ਛਪਰੀ ਦੇ ਅੱਗੇ ਗਏ ਨੇ। ਜਾ ਕੇ ਆਵਾਜ਼ ਮਾਰੀ, ਐ ਛਪਰੀ ਦੇ ਮਾਲਕਾ ਜਰਾ ਕੁ ਬਾਹਰ ਆਏ। ਭਾਈ ਕੁਮਾ ਜੀ ਬਾਹਰ ਆਏ ਨੇ। ਪੁੱਛਿਆ ਦੱਸੋ ਮਾਤਾ ਜੀ ਕਿਵੇਂ ਆਉਣਾ ਹੋਇਆ? ਇੰਨੀ ਰਾਤ ਹੋ ਚੁੱਕੀ ਹੈ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ? ਮਾਤਾ ਜੀ ਕਹਿੰਦੇ ਐ ਵੇ ਪੁੱਤ, ਮਾਤਾ ਗੁਜਰ ਕੌਰ ਦਾ ਨੇ ਸੁਭਾਅ ਸੀ ਕਿ ਉਹ ਬੜੇ ਪਿਆਰ ਦੇ ਨਾਲ ਬਣਾਉਂਦੇ ਸੀ ਹਰ ਕਿਸੇ ਨੂੰ। ਕਹਿੰਦੇ ਪੁੱਤ ਤੂੰ ਅਨੰਦਪੁਰ ਵਾਲੇ ਗੁਰੂ ਦਾ ਕਦੇ ਨਾਂ ਸੁਣਿਆ? ਕਹਿੰਦਾ ਹਾਂ ਮਾਂ ਜੀ ਸੁਣਿਆ। ਕਿ ਚਾਹ ਉਤਸ਼ਾਹ ਪੈਦਾ ਹੋਇਆ ਵੀ ਹਾਂ ਸੁਣਿਆ ਮੈਂ, ਪਰ ਕਦੇ ਦਰਸ਼ਨ ਨਹੀਂ ਹੋਏ, ਅਨੰਦਪੁਰ ਹੀ ਨਹੀਂ ਜਾ ਹੋਇਆ ਕਦੇ। ਵੀ ਪੁੱਤ ਮੈਂ ਬਜ਼ੁਰਗ ਮਾਂ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ। ਆ ਜਿਹੜੇ ਛੋਟੇ ਛੋਟੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਆ। ਮਾਤਾ ਜੀ ਤੁਸੀਂ ਇੱਕਦਮ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਨਾ, ਇੱਕ ਝਟਕਾ ਲੱਗਿਆ ਵੀ ਮਾਤਾ ਜੀ ਤੁਸੀਂ ਇੱਥੇ, ਰਾਤ ਦਾ ਸਮਾਂ ਹੋਇਆ ਹੈ। ਵੀ ਪੁੱਤ ਸਾਡੇ ਤੇ ਵਿਪਤਾ ਪੈ ਗਈ, ਸਾਰਾ ਵਰਤਾਂਤ ਦੱਸਿਆ, ਇਹ ਸਾਡੇ ਨਾਲ ਭਾਣਾ ਵਰਤਿਆ। ਅਸੀਂ ਤੇ ਤੇਰੇ ਕੋਲ ਇੱਕ ਰਾਤ ਕੱਟਣ ਵਾਸਤੇ ਆਏ ਆ, ਕਿਰਪਾ ਕਰ ਵੇ ਪੁੱਤਰਾ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ, ਰਾਹੀ ਰਾਤ ਕੱਟਣ ਲਈ ਆਏ। ਰਾਤ ਕੱਟਣ ਲਈ ਆਏ, ਰਾਤ ਕੱਟਣ ਲਈ ਆਏ। ਹਾਂ ਰਾਤ ਕੱਟਣ ਲਈ ਆਏ, ਰਾਤ ਕੱਟਣ ਲਈ ਆਏ। ਰਾਤ ਕੱਟਣ ਲਈ ਆਏ, ਰਾਤ ਕੱਟਣ ਲਈ ਆਏ। ਹਾਂਜੀ ਰਾਤ ਕੱਟਣ ਲਈ ਆਏ, ਰਾਤ ਕੱਟਣ ਲਈ ਆਏ। ਰਾਤ ਕੱਟਣ ਲਈ ਆਏ, ਰਾਤ
कटण लई आए, रात कटण लई आए, रात कटण लई आए। शबरी दे मालका वे राही रात कटण लई आए, शबरी दे मालका वे राही रात कटण लई आए। शबरी दे मालका वे राही रात कटण लई आए, शबरी दे मालका वे राही रात कटण लई आए। शबरी दे मालका वे राही रात कटण लई आए, शबरी दे मालका वे राही रात कटण लई आए। ਅਸੀਂ ਇੱਥੇ ਤੇਰੇ ਕੋਲੇ ਰਾਤ ਕੱਟਣ ਆਏ ਆ, ਕਿਰਪਾ ਕਰ ਸਾਨੂੰ ਰਾਤ ਕਟਾ ਦੇ। ਉਹ ਮਾਂ ਗੁਜਰੀ, ਮਾਤਾ ਗੁਜਰ ਕੌਰ ਜਿਹੜੀ ਨਾ ਕਦੇ ਆਨੰਦਪੁਰ ਸਾਹਿਬ ਸੰਗਤਾਂ ਨੂੰ ਰਾਤਾਂ ਕਟਾਉਂਦੀ ਸੀ ਵੀ ਲਓ ਪੁੱਤਾ ਫਲਾਣੇ ਥਾਂ ਤੇ ਤੁਸੀਂ ਰਹਿ ਪੋ, ਫਲਾਣੇ ਥਾਂ ਤੇ ਸੰਗਤ ਤੁਸੀਂ ਰਹਿ ਪੋ। ਇਹੋ ਜਿਹਾ ਸਮਾਂ ਬਣਿਆ। ਉਹ ਮਾਤਾ ਗੁਜਰ ਕੌਰ ਅੱਜ ਕਿਸੇ ਦੇ ਘਰ ਰਾਤਾਂ ਕੱਟਣ ਲਈ ਮਜਬੂਰ ਹੋਈ ਪਈ ਹੈ। ਤੇ ਉਹ ਭਾਈ ਕੁਮਾ ਜੀ ਕਹਿੰਦਾ ਆਓ ਮਾਤਾ ਜੀ, ਮੇਰੇ ਵੱਡੇ ਭਾਗ, ਮੈਂ ਸਤਿਗੁਰਾਂ ਦੀ ਸੇਵਾ ਨਹੀਂ ਕਰ ਸਕਿਆ, ਮੈਂ ਤੁਹਾਡੀ ਤੇ ਕਰ ਲਵਾਂ। ਉਹਨੇ ਆਪਣੀ ਛਪਰੀ ਦੇ ਵਿੱਚ ਆਸਣ ਲਾਇਆ ਤੇ ਚੱਕਢੇਰਾ ਪਿੰਡ ਦੇ ਵਿੱਚ ਇੱਕ ਬ੍ਰਾਹਮਣਾਂ ਦੇ ਘਰ ਗਿਆ। ਜਾ ਕੇ ਮਾਤਾ ਨੂੰ ਕਹਿੰਦਾ ਕਿ ਮਾਤਾ ਜੀ ਸਾਡੇ ਘਰ ਰਿਸ਼ਤੇਦਾਰ ਆਏ ਐ ਤੇ ਮੈਨੂੰ ਪ੍ਰਸ਼ਾਦਾ ਤਿਆਰ ਕਰਕੇ ਦੇ ਦੇ। ਕੁੰਮਾ ਹੁਣ ਮਾਸਕਾਂ ਢੋਣ ਕਰਕੇ ਨਾ ਉਹ ਇੱਕ ਅਲੱਗ ਜਗ੍ਹਾ ਤੇ ਰਹਿੰਦਾ ਸੀ ਪਰਿਵਾਰ ਨਾਲ। ਜੇ ਚਾਹੁੰਦਾ ਤੇ ਆਪਣੇ ਘਰ ਵੀ ਜਾ ਸਕਦਾ ਸੀ ਉਹ, ਕਿਉਂਕਿ ਜਿਹੜਾ ਉਹਦਾ ਰਿਸ਼ਤਾ ਹੋਇਆ ਜਾਂ ਜਿਹੜਾ ਉਹਦਾ ਪਰਿਵਾਰ ਸੀ, ਇਹ ਡਰ ਸੀ ਕਿ ਕਿਤੇ ਮੇਰਾ ਪਰਿਵਾਰ ਹੁਣ ਇਸਲਾਮ ਦੇ ਵਿੱਚ ਹੈ, ਕਿਤੇ ਖੌਰੇ ਕੋਈ ਚੁਗਲੀ ਨਾ ਕਰ ਦੇਵੇ, ਕੋਈ ਗੁਰੂ ਕੇ ਲਾਲਾਂ ਨੂੰ ਫੜਾ ਦੇਵੇ। ਉਹ ਬ੍ਰਾਹਮਣਾਂ ਦੇ ਘਰ ਗਿਆ ਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ। ਮਾਂ ਲਓ ਆ ਪ੍ਰਸ਼ਾਦਾ ਛਕੋ। ਜਿਹਦਾ ਪੁੱਤ ਕੋਲੇ ਨਾ ਹੋਵੇ, ਪੋਤੇ ਕੋਲੇ ਨਾ ਹੋਣ, ਨੂੰਹਾਂ ਕੋਲ ਨਾ ਹੋਣ, ਪ੍ਰਸ਼ਾਦਾ ਕਿੱਥੇ ਚੰਗਾ ਲੱਗਦਾ। ਤੇ ਫਿਰ ਵੀ ਮਾਤਾ ਜੀ ਨੂੰ, ਨਹੀਂ ਮਾਤਾ ਜੀ ਤੁਸੀਂ ਪ੍ਰਸ਼ਾਦਾ ਛਕੋ, ਜਿਹੜਾ ਸਮਾਂ ਹੋਣਾ ਤੇ ਹੋ ਗਿਆ। ਮਾਤਾ ਸਾਹਿਬਜ਼ਾਦਿਆਂ ਨੂੰ ਕਹਿੰਦੇ ਲਾਲ ਵੀ ਪ੍ਰਸ਼ਾਦਾ ਛਕ ਲਓ। ਸਾਹਿਬਜ਼ਾਦੇ ਕਹਿੰਦੇ ਮਾਂ ਜਦੋਂ ਵੱਡੇ ਵੀਰੇ ਆਉਣਗੇ ਨਾ ਫੇਰ ਪ੍ਰਸ਼ਾਦਾ ਛਕਾਂਗੇ। ਉਹ ਸਾਨੂੰ ਛੱਡ ਕੇ ਕਿੱਥੇ ਚਲੇ ਗਏ? ਆਪਣੇ ਨਾਲ ਦੇ ਫੌਜਾਂ ਸੀ ਵੱਡੇ ਵੀਰ, ਤੇ ਮੇਰੇ ਪਿਤਾ ਜੀ, ਸਾਡੇ ਪਿਤਾ ਜੀ ਕਿੱਥੇ ਚਲੇ ਗਏ ਨੇ? ਕਦੋਂ ਆਉਣਗੇ? ਅਸੀਂ ਫੇਰ ਪ੍ਰਸ਼ਾਦਾ ਛਕਾਂਗੇ। ਮਾਂ ਨੇ ਝੂਠਾ ਮੁੱਠਾ ਲਾਰਾ ਲਾ ਕੇ ਕਹਿਣਾ ਪੁੱਤ ਆਉਣਗੇ, ਕੋਈ ਗੱਲ ਨਹੀਂ, ਆਪਾਂ ਨੂੰ ਮਿਲਣਗੇ ਜ਼ਰੂਰ। ਦਿਲਾਸਾ ਦੇ ਦੇ ਕੇ ਸਾਹਿਬਜ਼ਾਦਿਆਂ ਨੂੰ ਰੱਖਣਾ। ਛੋਟੇ ਐ ਨਾ, ਨਿਆਣੇ ਉਮਰ ਹੈ, ਭਾਵੇਂ ਕਿ ਗਿਆਨ ਬੜਾ, ਸਮਝ ਬੜੀ ਹੈ, ਪਰ ਫਿਰ ਵੀ ਉਹਨਾਂ ਅਜੀਤ ਸਿੰਘ ਵਰਗਿਆਂ ਨੇ, ਜੁਝਾਰ ਸਿੰਘ ਵਰਗਿਆਂ ਨੇ, ਫਤਿਹ ਸਿੰਘ ਵਰਗਿਆਂ ਨੇ ਚੁੱਕ ਚੁੱਕ ਕੇ ਖਿਡਾਇਆ ਹੋਇਆ। ਭਾਈ ਮਾਨ ਸਿੰਘ ਵਰਗਿਆਂ ਨੇ ਬੜੇ ਪਿਆਰ ਦੇ ਨਾਲ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਨੂੰ ਸਾਂਭ ਸਾਂਭ ਕੇ ਰੱਖਿਆ ਸੀ। ਤੇ ਮੈਂ ਜਦੋਂ ਉਹ ਛੋਟੇ ਬੱਚਿਆਂ ਨੂੰ ਸਾਂਭ ਸਾਂਭ ਕੇ ਰੱਖਦਾ ਸੀ, ਕਿੰਨਾ ਸਾਰੇ ਸਿੱਖਾਂ ਦੇ ਨਾਲ ਪਿਆਰ ਸੀਗਾ, ਸਿੰਘਾਂ ਨਾਲ। ਤਾਂ ਉਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ। ਅਗਲੀ ਸਵੇਰ ਹੋਈ ਆ, ਮਾਤਾ ਗੁਜਰ ਕੌਰ ਕਹਿੰਦੀ ਆ ਪੁੱਤ ਵੇ ਕੋਈ ਸਾਡੀ ਜਾਣ ਪਛਾਣ ਵਾਲਾ ਲੱਭ ਲਿਆ, ਸਾਨੂੰ ਕਿਤੇ ਥਾਂ ਟਿਕਾਣੇ ਲਗਾ ਦੇ। ਲੱਭਣ ਗਿਆ ਤੇ ਲੱਭਦਿਆਂ ਲੱਭਦਿਆਂ ਰੱਬ ਦੇ ਨਾਲ, ਸਬੱਬ ਦੇ ਨਾਲ ਗੰਗੂ ਮਿਲ ਗਿਆ। ਇੱਕ ਆਪਣਾ ਜਾਣ ਕੇ ਇਤਬਾਰ ਕਰਿਆ ਸੀ। 21 ਸਾਲ ਗੁਰੂ ਘਰ ਦਾ ਕਹਿੰਦੇ ਰਸੋਈਆ ਰਿਹਾ, ਸੇਵਾਦਾਰ ਰਿਹਾ। ਕਿਸੇ ਗੱਲੋਂ ਵਿਗੜ ਗਈ, ਸਤਿਗੁਰਾਂ ਨੇ ਤੋਰ ਦਿੱਤਾ ਉਤੋਂ। ਤੇ ਜਦੋਂ ਹੁਣ ਉਹ ਤੋਰਿਆ, ਆਪਣੇ ਘਰ ਵਿੱਚ ਰਹਿੰਦੇ ਆ, ਤੇ ਇਹਨੂੰ ਪਤਾ ਲੱਗਿਆ ਮਾਤਾ ਜੀ ਤੇ ਸਾਹਿਬਜ਼ਾਦੇ ਆਏ ਆ। ਸ਼ੁਕਰ ਹੈ, ਕਹਿੰਦਾ ਕੋਈ ਗੱਲ ਨਹੀਂ, ਮੈਂ ਛੱਡ ਦੇਵਾਂਗਾ ਜਦੋਂ ਟਿਕ ਟਿਕਾ ਹੋ ਜਾਏਗਾ। ਤੇ ਮਾਤਾ ਜੀ ਨੇ ਨਾ ਮੋਹਰਾਂ ਦੀ ਥੈਲੀ ਆਨੰਦਪੁਰ ਤੁਰਨ ਵੇਲੇ ਉਹਦੋਂ ਨਾਲ ਚੁੱਕ ਲਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਂ ਆ ਮੋਹਰਾਂ ਤੂੰ ਕੀ ਕਰਾਉਣਾ, ਐਵੇਂ ਬਿਪਤਾ ਖੜੀ ਕਰ ਲੈਂਗੀ। ਪੁੱਤ ਕਦੇ ਕੰਮ ਦੇ ਜਾਂਦੇ ਔਖੇ ਸਮੇਂ, ਸਤਿਗੁਰਾਂ ਨੇ ਸਮਝਾਇਆ ਸੀ, ਪਰ ਫਿਰ ਵੀ ਚੁੱਕ ਕੇ ਮਾਤਾ ਤੁਰ ਪਈ ਨਾਲ।
ਪੰਜ ਮੋਹਰਾਂ ਦਿੱਤੀਆਂ ਪੁੱਤ ਵੇ ਆ ਜਿਸ ਤੋਂ ਪ੍ਰਸਾਦਾ ਲੈ ਕੇ ਅਸੀਂ ਨਾ ਉਹਨੂੰ ਦੇ ਆਏ, ਪੰਜ ਮੋਹਰਾਂ ਤੂੰ ਰੱਖ ਲੈ। ਤੇ ਇਤਿਹਾਸਕਾਰ ਕਈ ਵਾਰੀ ਮੋਹਰਾਂ ਦਾ ਥੋੜਾ ਕਰਨਾ ਫਰਕ ਸਰਕ ਪਾ ਦਿੰਦੇ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਵੀ ਕਿਸੇ ਨੇ ਪੰਜ ਕਹੀਆਂ ਜੀ ਉੱਥੇ ਤੇ ਤਿੰਨ ਕਹਿਤੀਆਂ ਸੀ ਕਿਸੇ ਨੇ। ਇਹਨਾਂ ਚੀਜ਼ਾਂ ਦੇ ਵਿੱਚ ਕੋਈ ਲੜਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਭਾਵ ਕਿ ਇੱਕ ਉੱਥੇ ਮਾਤਾ ਜੀ ਨੇ ਪਿਆਰ ਦਿਖਾਇਆ, ਉਹਨਾਂ ਦੇ ਨਾਲ ਇੱਕ ਆਪਣਾਪਣ ਦਿਖਾਇਆ ਸੀਗਾ, ਉਹਨਾਂ ਨੇ ਵੀ ਇੱਕ ਆਪਣਾਪਣ ਦਿਖਾਇਆ, ਇੱਕ ਆਪਣੇ ਬਣ ਕੇ ਰਹੇ ਸੀ। ਤੇ ਬਲਿਹਾਰੇ ਜਾਈਓ ਬੀਬੀ ਨੇ ਜਿਹਨੇ ਪ੍ਰਸ਼ਾਦਾ ਤਿਆਰ ਕਰਿਆ, ਕਿਸੇ ਕੋਲੇ ਗੱਲ ਵੀ ਨਹੀਂ ਕਰੀ ਵੀ ਇਹ ਕਿਹਦੇ ਘਰ ਪ੍ਰਸ਼ਾਦਾ ਜਾਂਦਾ। ਫਿਰ ਜਦੋਂ ਗੰਗੂ ਬ੍ਰਾਹਮਣ ਲੈ ਕੇ ਤੁਰਨ ਲੱਗਿਆ ਤੇ ਮਨ ਦੇ ਵਿੱਚ ਲਾਲਚ ਆਇਆ ਕਿ ਮਾਤਾ ਕੋਲੇ ਮੋਹਰਾਂ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਮਾਇਆ ਹੋਈ ਨਾਗਣੀ ਜਗਤ ਰਹੇ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਲ ਪਾਏ। ਜਿਹੜਾ ਸੇਵਾ ਕਰਦਾ ਨਾ ਉਸੇ ਨੂੰ ਖਾ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਇਹ ਮਾਇਆ ਮਮਤਾ ਹੋਣੀ ਹੈ, ਇਹ ਮਾਇਆ ਮਮਤਾ ਹੋਣੀ ਹੈ, ਇਹ ਮਾਇਆ ਮਮਤਾ ਮੋਹਣੀ ਹੈ, ਮਾਇਆ ਮਮਤਾ ਮੋਹਣੀ ਹੈ, ਇਹ ਮਾਇਆ ਮਮਤਾ ਮੋਹਣੀ ਹੈ, ਮਾਇਆ ਮਮਤਾ ਮੋਹਣੀ ਹੈ। ਜਿਹਨੇ ਗੰਗੂ ਪਾਗਲ ਕਰਤਾ, ਇਹ ਮਾਇਆ ਮਮਤਾ ਹੋਣੀ ਹੈ, ਇਹ ਮਾਇਆ ਮਮਤਾ ਹੋਣੀ ਹੈ। ਜਿਹਨੇ ਗੰਗੂ ਪਾਗਲ ਕਰਤਾ, ਮਾਇਆ ਮਮਤਾ ਮੋਹਣੀ ਹੈ, ਮਾਇਆ ਮਮਤਾ ਮੋਹਣੀ ਹੈ। ਜਿਹਨੇ ਗੰਗੂ ਪਾਗਲ ਕਰਤਾ, ਮਾਇਆ ਮਮਤਾ ਮੋਹਣੀ ਹੈ, ਮਾਇਆ ਮਮਤਾ ਮੋਹਣੀ ਹੈ। ਇਹ ਮਾਇਆ ਮਮਤਾ ਮੋਹਣੀ ਹੈ, ਇਹ ਗੰਗੂ ਵਰਗਿਆਂ ਨੂੰ ਵੀ ਪਾਗਲ ਬਣਾ ਛੱਡਿਆ। ਤੇ ਹੁਣ ਜਦੋਂ ਆਪਣੇ ਘਰ ਲੈ ਗਏ ਆ ਨਾ,